ਕਿ ਮੁਰਦੇ ਨੂੰ ਜਿੰਦਾ ਕੀਤਾ ਜਾ ਸਕਦਾ? ਮੁਰਦੇ ਨੂੰ ਜਿੰਦਾ ਕੀਤਾ ਜਾ ਸਕਦਾ ਜੀ। ਸਿੱਖ ਭਾਈਚਾਰੇ ਦਾ ਕੇਸਰੀ ਝੰਡਾ ਆ, ਪਰ ਜੇ ਕੇਸਰੀ ਝੰਡੇ ਦੀ ਗੱਲ ਕਰੀਏ ਤੇ ਕੇਸਰੀ ਝੰਡਾ ਅੱਜ ਤਿਰੰਗੇ ਦੀ ਬਰਾਬਰੀ ਨਹੀਂ ਕਰ ਸਕਦਾ। ਪਾਸਟਰ ਹੱਥ ਲਗਾਉਂਦੇ ਆ ਤੇ ਬੰਦਾ ਠੀਕ ਹੋ ਜਾਂਦਾ ਵਾ। ਤਾਂ ਪਿੰਡਾਂ ਦੇ ਪਿੰਡ ਮਸੀਹ ਲੋਕ ਨੇ। ਜਿਹੜੀ ਇਹ ਗੱਲ ਲਾਈ ਜਾਂਦੀ ਹੈ ਕਿ ਬਾਰਡਰ ਦੇ ਇਲਾਕੇ ਦੇ ਵਿੱਚ ਕਨਵਰਸ਼ਨ ਹੋ ਰਹੀ ਹੈ, ਇਦਾਂ ਦੀ ਕੋਈ ਵੀ ਗੱਲ ਨਹੀਂ ਹੈ ਜੀ। ਤੁਸੀਂ ਹੁਣੇ ਕਿਹਾ ਦੁਨੀਆ ਚੰਦ ਤੇ ਪਹੁੰਚ ਗਈ ਆ, ਹੁਣ ਸ਼ਕਤੀਆਂ ਕਿੱਥੋਂ ਆ ਗਈਆਂ? ਸ਼ਕਤੀਆਂ ਦੇ ਨਾਲ ਹੀ ਚੰਦ ਤੇ ਪਹੁੰਚੇ ਆ ਨਾ। ਪ੍ਰਭੂ ਯਿਸੂ ਮਸੀਹ ਨੇ ਹਮੇਸ਼ਾ ਇਹ ਕਿਹਾ ਆਮ ਦਾ ਸਨ ਆਫ ਗੋਡ, ਠੀਕ ਹੈ, ਲੇਕਿਨ ਇੱਥੇ ਤਾਂ ਪਾਸਟਰ ਖੁਦ ਆਪਣੇ ਆਪ ਨੂੰ ਗੋਡ ਦੱਸ ਰਹੇ ਨੇ। ਮਨ ਪਰਿਵਰਤਨ ਹੋ ਸਕਦਾ, ਪਰ ਧਰਮ ਪਰਿਵਰਤਨ ਅੱਜ ਤਾਈਂ ਨਾ ਹੋਇਆ ਤੇ ਨਾ ਹੋਣਾ। ਆਪਣੀਆਂ ਰਾਜਨੀਤੀਆਂ ਕਰਨੀਆਂ ਬੰਦ ਕਰੀਏ। ਕੋਈ ਵੀ ਕਿਸੇ ਨੂੰ ਮੁਫਤਖੋਰੀ ਜਾਂ ਪੈਸੇ ਦੇ ਨਾਲ ਬਦਲਦਾ ਨਹੀਂ ਹੈ। ਹਰ ਥਾਂ ਦੇ ਉੱਤੇ ਗੁਰੂ ਘਰ ਵੀ ਨੇ ਤੇ ਮੰਦਿਰ ਵੀ ਨੇ। ਜੇ ਇਦਾਂ ਦੀ ਗੱਲ ਕਰੀਏ ਤੇ ਉਹ ਕਹਿਣ ਵੀ ਸਾਡੀਆਂ ਤਾਂ ਕੰਟਰੀਆਂ ਕ੍ਰਿਸਚਨ ਆ, ਅਸੀਂ ਨਹੀਂ ਇਹ ਕਰਨ ਦੇਣਾ। ਨਾ ਮੈਂ ਗੁਰਦੁਆਰੇ ਜਾ ਕੇ ਸਿੱਖ ਬਣਿਆ ਤੇ ਨਾ ਹੀ ਉਹ ਚਰਚ ਆ ਕੇ ਕਦੀ ਕ੍ਰਿਸਚਨ ਬਣੇ। ਲੁਧਿਆਣਾ ਲਾਈਵ ਵੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਅੱਜ ਦੇ ਇਸ ਐਪੀਸੋਡ ਤੇ ਜਿੱਥੇ ਅਸੀਂ ਕਰੰਟ ਇਸ਼ੂਜ਼ ਤੇ ਗੱਲ ਕਰਾਂਗੇ, ਪੰਜਾਬ ਦੇ ਵਿੱਚ ਔਨਗੋਇੰਗ ਇਸ਼ੂਜ਼ ਦੇ ਉੱਤੇ ਡਿਸਕਸ ਕਰਾਂਗੇ, ਉੱਥੇ ਹੀ ਪੰਜਾਬ ਦੇ ਵਿੱਚ ਕ੍ਰਿਸਚੀਅਨ ਭਾਈਚਾਰੇ ਦੇ ਵੱਧ ਰਹੇ ਪ੍ਰਸਾਰ ਦੇ ਉੱਤੇ ਵੀ ਡਿਸਕਸ਼ਨ ਕਰਾਂਗੇ। ਸਾਡੇ ਨਾਲ ਮੌਜੂਦ ਨੇ ਕ੍ਰਿਸਚੀਅਨ ਯੂਨਾਈਟਿਡ ਫੈਡਰੇਸ਼ਨ ਦੇ ਮੁਖੀ ਔਰ ਆਗੂ ਨੇ ਕ੍ਰਿਸਚੀਅਨ ਭਾਈਚਾਰਾ ਦੇ ਮਿਸਟਰ ਅਲਬਰਟ ਦੁਆ ਸਾਹਿਬ, ਸਵਾਗਤ ਹੈ ਤੁਹਾਡਾ। ਕੌਸ਼ਲ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਤੇ ਤੁਹਾਡੇ ਲੁਧਿਆਣਾ ਲਾਈਵ ਦਾ ਵੀ ਜਿਹੜੇ ਸਮੇਂ ਤੋਂ ਸਮੇਂ ਸਾਡੇ ਵਿਚਾਰ ਦਰਸ਼ਕਾਂ ਤੱਕ ਪਹੁੰਚਾਉਂਦੇ ਨੇ। ਥੈਂਕ ਯੂ ਸਰ। ਸਰ, ਪਹਿਲਾ ਸਵਾਲ ਮੇਰਾ ਜਿਹੜੇ ਕਰੰਟ ਇਸ਼ੂਜ਼ ਦੀ ਜਿਸ ਤਰ੍ਹਾਂ ਮੈਂ ਡਿਸਕਸ ਚਾਹੁੰਦਾ ਕਿ ਅਸੀਂ ਰਿਚ ਡਿਸਕਸ਼ਨ ਅਸੀਂ ਦਰਸ਼ਕਾਂ ਨੂੰ ਦਿਖਾਈਏ। ਹਾਲਾਂਕਿ ਬਹੁਤ ਸਾਰੇ ਇਸ਼ੂਜ਼ ਨੇ। ਪਹਿਲਾ ਸਵਾਲ ਹੈ ਜਿਹੜਾ ਮੇਰਾ, ਸਿਮਰਜੀਤ ਸਿੰਘ ਮਾਨ ਸਾਹਿਬ ਦੇ ਜਿਹੜਾ ਉਹਨਾਂ ਨੇ ਇੱਕ ਕੰਟਰੋਵਰਸੀ ਛੇੜਤੀ ਹੈ। ਮੋਦੀ ਸਾਹਿਬ ਔਰ ਬੀਜੇਪੀ ਨੇ ਇੱਕ ਮੁਹਿੰਮ ਛੇੜੀ ਕਿ ਹਰ ਘਰ ਤਿਰੰਗਾ ਫਹਿਰਾਣਾ ਚਾਹੀਦਾ ਇਸ 15 ਅਗਸਤ ਨੂੰ। ਹਾਲਾਂਕਿ ਕੁਝ ਕੁ ਦਿਨ ਬਚੇ ਨੇ 15 ਅਗਸਤ ਨੂੰ, ਲੇਕਿਨ ਸੰਗਰੂਰ ਲੋਕ ਸਭਾ ਤੋਂ ਮੈਂਬਰ ਪਾਰਲੀਮੈਂਟ ਜਿਹੜੇ ਹੁਣੀ ਬਣ ਕੇ ਆਏ ਨੇ, ਸਿਮਰਜੀਤ ਸਿੰਘ ਮਾਨ ਸਾਹਿਬ ਨੇ ਕਿਹਾ ਕਿ ਕੇਸਰੀ ਤਿਰੰਗਾ ਜਿਹੜਾ ਕੇਸਰੀ ਝੰਡਾ ਵਾ ਜਿਹੜਾ ਉਹ ਫਹਿਰਾਣਾ ਚਾਹੀਦਾ ਵਾ। ਕਿੰਨੇ ਕੁ ਸਹਿਮਤ ਹੋ ਇਸ ਜਿਹੜੀ ਸਟੇਟਮੈਂਟ ਦੇ ਨਾਲ? ਪਹਿਲਾਂ ਤਾਂ ਅਸੀਂ ਇੰਡੀਅਨ ਸਿਟੀਜ਼ਨ ਆ, ਸਾਨੂੰ ਇੰਡੀਆ ਦੇ ਕੌਂਸਟੀਟਿਊਸ਼ਨ ਦੀ ਇੱਜ਼ਤ ਕਰਨੀ ਚਾਹੀਦੀ ਹੈ। ਤੇ ਬਾਕੀ ਰਹੀ ਗੱਲ, ਜਦੋਂ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਲੋਕਾਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਚੁਣ ਕੇ ਰਾਜ ਸਭਾ ਵਿੱਚ ਭੇਜਿਆ ਆ, ਉਹ ਇਸ ਲਈ ਭੇਜਿਆ ਆ ਕਿ ਉਹ ਜਾ ਕੇ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਕਰਨ, ਪੰਜਾਬ ਦੀ ਉੱਨਤੀ ਤਰੱਕੀ ਦੀ ਗੱਲ ਕਰਨ। ਪੰਜਾਬ ਦੇ ਵਿੱਚੋਂ ਜਿਹੜਾ ਨੌਜਵਾਨ ਅੱਜ ਪੰਜਾਬ ਨੂੰ ਛੱਡ ਕੇ ਬਾਹਰਲੇ ਮੁਲਕਾਂ 'ਚ ਜਾ ਰਿਹਾ, ਉਹਨਾਂ ਦੇ ਰੁਜ਼ਗਾਰ ਦੀ ਗੱਲ ਕਰਨ। ਪਰ ਉਹ ਇਹਦੇ ਵਿਪਰੀਤ ਚੱਲ ਰਹੇ ਨੇ। ਉਹ ਪੰਜਾਬ ਦੀ ਤਰੱਕੀ ਨੂੰ ਭੁੱਲ ਗਏ ਨੇ ਤੇ ਉਹ ਵਿਚਾਰਧਾਰਾ ਲੈ ਆਏ ਆ ਜਿਹੜਾ ਸੰਤਾਪ ਪੰਜਾਬ ਨੇ ਪਹਿਲਾਂ ਬਹੁਤ ਝੱਲਿਆ ਆ। ਗੱਲ ਜੇ ਅਸੀਂ ਤਿਰੰਗੇ ਝੰਡੇ ਦੀ ਕਰੀਏ, ਮੋਦੀ ਸਾਹਿਬ ਨੇ ਅਨਾਊਂਸਮੈਂਟ ਕੀਤੀ ਵੀ ਹਰ ਘਰ ਤਿਰੰਗਾ। ਇਹ ਸਾਡਾ ਆਪਣਾ ਫਰਜ਼, ਵੀ ਆਰ ਇੰਡੀਅਨਸ। ਜਦੋਂ ਇੰਡੀਪੈਂਡੈਂਟ ਡੇਜ਼ ਦੀ ਗੱਲ ਆਉਂਦੀ ਹੈ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਹਰ ਘਰ ਵਾਲੇ ਤਿਰੰਗਾ ਲਾਈਏ। ਅਸੀਂ ਜਦੋਂ ਬਚਪਨ 'ਚ ਪੜ੍ਹਦੇ ਰਹੇ ਹਾਂ, ਸਕੂਲ ਜਾਂਦੇ ਰਹੇ ਹਾਂ, ਸਾਨੂੰ ਉਦੋਂ ਕੋਈ ਵੀ ਕਿਸੇ ਵੱਲੋਂ ਮੈਸੇਜ ਨਹੀਂ ਆਉਂਦਾ ਸੀ, ਪਰ ਅਸੀਂ ਝੰਡੇ ਲੈ ਕੇ ਗਲੀਆਂ ਸੜਕਾਂ ਦੇ ਉੱਤੇ ਭੱਜਦੇ ਫਿਰਦੇ ਸੀ ਵੀ ਸਾਡਾ ਅੱਜ ਆਜ਼ਾਦੀ ਦਿਵਸ ਆ। ਤੇ ਉਸੇ ਤਰੀਕੇ ਦੇ ਨਾਲ ਇਹਦਾ ਵਿਰੋਧ ਕਰਨਾ ਮੈਂ ਨਹੀਂ ਕਹਿੰਦਾ ਕੋਈ ਸਮਝਦਾਰੀ ਦੀ ਗੱਲ ਹੈ। ਬਾਕੀ ਰਹੀ ਕੇਸਰੀ ਝੰਡੇ ਦੀ ਗੱਲ, ਜਿੱਥੇ ਅਸੀਂ ਅਲੱਗ-ਅਲੱਗ ਧਰਮਾਂ 'ਚ ਰਹਿੰਦੇ ਹਾਂ, ਸਾਡੇ ਅਲੱਗ-ਅਲੱਗ ਵਿਚਾਰ ਹੁੰਦੇ ਨੇ, ਆਪਣੇ ਅਲੱਗ-ਅਲੱਗ ਪ੍ਰਿੰਸੀਪਲਸ ਹੁੰਦੇ ਨੇ, ਉਸੇ ਤਰੀਕੇ ਦੇ ਨਾਲ ਸਿੱਖ ਭਾਈਚਾਰੇ ਦਾ ਕੇਸਰੀ ਝੰਡਾ ਆ। ਪਰ ਜੇ ਕੇਸਰੀ ਝੰਡੇ ਦੀ ਗੱਲ ਕਰੀਏ ਤਾਂ ਕੇਸਰੀ ਝੰਡਾ ਅੱਜ ਤਿਰੰਗੇ ਦੀ ਬਰਾਬਰੀ ਨਹੀਂ ਕਰ ਸਕਦਾ। ਇੱਕ ਧਰਮ ਦੀ ਅਸੀਂ ਵਡਿਆਈ ਦੇ ਲਈ ਜਾਂ ਧਰਮ ਦੇ ਹੱਕ ਦੇ ਲਈ ਅਸੀਂ ਝੰਡਾ ਲਹਿਰਾ ਸਕਦੇ ਹਾਂ। ਜੇ ਤਿਰੰਗੇ ਦੀ ਗੱਲ ਕੀਤੀ ਜਾਏ ਜਾਂ ਤਿਰੰਗੇ ਦਾ ਬਾਈਕਾਟ ਕੀਤਾ ਜਾਏ, ਬਹੁਤ ਹੀ ਓਛੀ ਹਰਕਤ ਆ ਜਿਹੜੀ ਕਿ ਮਾਨ ਸਾਹਿਬ ਨੂੰ ਨਹੀਂ ਕਰਨੀ ਚਾਹੀਦੀ। ਦੁਆ ਸਾਹਿਬ, ਮੈਂ ਅਗਲੇ ਸਵਾਲ 'ਤੇ ਆਵਾਂਗਾ। ਸਰ, ਉਸ ਤੋਂ ਪਹਿਲਾਂ ਮੈਂ ਥੋੜ੍ਹੇ ਜਿਹੇ ਪਿਛੋਕੜ 'ਤੇ ਜਾਣਾ ਚਾਹਾਂਗਾ। ਤੁਹਾਡਾ ਬਰਥ ਕਦ ਦਾ ਵਾ? ਕਦੋਂ ਤੋਂ ਪੰਜਾਬ ਦੇ ਵਿੱਚ ਆਏ ਹੋ ਤੁਸੀਂ? ਪੰਜਾਬ 'ਚ ਕਦੋਂ ਆ ਕੇ ਵਸੇ ਹੋ? ਅਸੀਂ 1947 ਤੋਂ ਪਹਿਲਾਂ ਮੇਰੇ ਦਾਦਾ ਜੀ ਹੁਣੀ ਪਾਕਿਸਤਾਨ ਸੀਗੇ ਜੀ। ਸ਼ਿਫਟਿੰਗ ਹੋਈ ਡੈਡੀ ਹੁਣਾਂ ਦੀ, ਇੱਥੇ ਜਲੰਧਰ ਵਸੇ। ਅਤੇ ਜਲੰਧਰ ਤੋਂ ਬਾਅਦ 70 ਦੇ ਟਾਈਮ ਦੇ ਵਿੱਚ ਲੁਧਿਆਣੇ ਆ ਕੇ ਆਪਣਾ ਕੰਮਕਾਰ ਉਹਨਾਂ ਨੇ ਸੈੱਟ ਕੀਤਾ। ਅਤੇ 76 ਦੇ ਵਿੱਚ ਮੇਰਾ ਬਰਥ ਹੋਇਆ ਜੀ। ਉਦੋਂ ਤੋਂ ਮੈਂ ਇੱਥੇ ਦੇ ਜੰਮ ਪਲਿਆ ਜੀ।
ਸਰ ਇਹ ਮੈਂ ਸਵਾਲ ਤਾਂ ਕੀਤਾ ਕਿਉਂਕਿ ਜਿਹੜੇ ਔਨਗੋਇੰਗ ਇਸ਼ੂਜ਼ ਨੇ ਪੰਜਾਬ ਦੇ ਵਿੱਚ ਕੁਝ ਨਵੀਆਂ ਡਿਵੈਲਪਮੈਂਟਸ ਦੇਖਣ ਨੂੰ ਮਿਲ ਰਹੀਆਂ ਨੇ ਜਿਹੜੀਆਂ ਕਿ ਪਹਿਲਾਂ ਕਦੇ ਇਦਾਂ ਦਾ ਵੇਖਣ ਨੂੰ ਨਹੀਂ ਮਿਲਿਆ। ਫੋਰ ਐਗਜ਼ਾਮਪਲ ਪਿੱਛੇ ਜੇ ਅੰਮ੍ਰਿਤਸਰ ਦੇ ਵਿੱਚ ਕ੍ਰਿਸਚਨ ਭਾਈਚਾਰੇ ਦੇ ਵੱਲੋਂ ਇੱਕ ਬਹੁਤ ਵੱਡਾ ਇਕੱਠ ਕੀਤਾ ਗਿਆ ਔਰ ਉਸ ਦੇ ਵਿੱਚ ਕਾਫੀ ਚੀਜ਼ਾਂ ਇਦਾਂ ਦੀਆਂ ਵੇਖਣ ਨੂੰ ਮਿਲੀਆਂ ਜਿਹੜੀਆਂ ਪਹਿਲਾਂ ਕਦੇ ਅਸੀਂ ਵੇਖੀਆਂ ਨਹੀਂ ਹੈਗੀਆਂ। ਕਿੰਨਾ ਕੁ ਉਸ ਚੀਜ਼ ਦੇ ਨਾਲ ਸਹਿਮਤ ਹੋ ਤੁਸੀਂ? ਗੱਲ ਇਹ ਹੈ ਜੀ 1947 ਤੋਂ ਲੈ ਕੇ ਹੁਣ ਤੱਕ ਦੀ ਜੇ ਅਸੀਂ ਗੱਲ ਕਰੀਏ 75 ਸਾਲ ਦੇ ਕਰੀਬ ਹੋ ਚੁੱਕੇ ਨੇ ਮੁਲਕ ਨੂੰ ਆਜ਼ਾਦ ਹੋਏ ਨੂੰ, ਤੇ ਕ੍ਰਿਸਚੈਨਿਟੀ ਕੋਈ ਇਦਾਂ ਦਾ ਧਰਮ ਨਹੀਂ ਹੈ ਜਿਹੜਾ ਅੱਜ ਉੱਤੋਂ ਆਸਮਾਨ ਤੇ ਡਿੱਗਿਆ ਤੇ ਇੱਕਦਮ ਫੈਲ ਗਿਆ ਨਿਊਕਲੀਅਰ એનર્ਜੀ ਵਾਂਗੂ। ਇਹਦੇ ਵਿੱਚ ਕੀ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਕੋਈ ਫੈਮਿਲੀ ਪਲੈਨਿੰਗ ਨਹੀਂ ਹੁੰਦੀ ਸੀ, ਬੱਚੇ ਬਹੁਤਾਤ ਦੇ ਵਿੱਚ ਹੁੰਦੇ ਸੀ, ਇੱਕ ਪਰਿਵਾਰ ਦੇ ਵਿੱਚ 10-10 12-12 ਬੱਚੇ ਹੋ ਜਾਣੇ, ਤੇ ਜਦੋਂ 12 ਬੱਚੇ ਹੋਣੇ ਤੇ 12 ਬੱਚਿਆਂ ਦਾ ਕਿਤੇ ਨਾ ਕਿਤੇ ਇੰਟਰਕਾਸਟ ਮੈਰਿਜਸ ਵੀ ਹੁੰਦੀਆਂ ਨੇ। ਕੋਈ ਸਿੱਖ ਭਾਈਚਾਰੇ 'ਚ ਵਿਆਹਿਆ ਜਾਂਦਾ, ਕੋਈ ਹਿੰਦੂ 'ਚ ਵਿਆਹਿਆ ਜਾਂਦਾ, ਕੋਈ ਮੁਸਲਿਮ 'ਚ ਵਿਆਹਿਆ ਜਾਂਦਾ, ਕੋਈ ਹੋਰ ਕਾਸਟ 'ਚ ਵਿਆਹਿਆ ਜਾਂਦਾ। ਤੇ ਜੋ 12 ਬੱਚੇ ਅੱਜ ਜੇ ਅਸੀਂ 1947 ਤੋਂ ਕੈਲਕੂਲੇਸ਼ਨ ਲਾਈਏ ਤੇ ਅੱਜ ਉਹ ਬੱਚਿਆਂ ਦੇ ਬੱਚੇ ਹੋ ਚੁੱਕੇ ਨੇ ਜਿਹੜੇ ਅਲੱਗ-ਅਲੱਗ ਧਰਮਾਂ ਦੇ ਵਿੱਚ ਵਿਆਹੇ ਗਏ। ਤੇ ਜਦੋਂ ਵੀ ਕੋਈ ਕਨਵੈਨਸ਼ਨ ਹੁੰਦੀ ਹੈ ਉਹਨਾਂ ਨੂੰ ਸੱਦਾ ਜਾਂਦਾ ਹੈ ਤੇ ਉਹ ਸਾਰੇ ਨਿਕਲ ਕੇ ਆਉਂਦੇ ਨੇ। ਜਿਹੜੀ ਇਹ ਗੱਲ ਕਰਦੇ ਆ ਇਕੱਠ ਦੀ, ਇਕੱਠ ਕੋਈ ਬਾਹਰੋਂ ਇਕੱਠ ਨਹੀਂ ਆਇਆ ਸੀ, ਉਹ ਪੰਜਾਬ ਦੇ ਹੀ ਸਾਡੇ ਅੰਮ੍ਰਿਤਸਰ ਦੇ ਲੋਕ ਨੇ। ਅੰਮ੍ਰਿਤਸਰ ਦੇ ਵਿੱਚ ਬਹੁਤਾਤ ਦੇ ਵਿੱਚ ਕ੍ਰਿਸਚਨ ਵਸਦੇ ਨੇ, ਜਿਹੜੇ ਆਪਾਂ ਜੇ ਜਨਗਣਨਾ ਖੋਲ੍ਹੀਏ ਤਾਂ ਪਿੰਡਾਂ ਦੇ ਪਿੰਡ ਮਸੀਹ ਲੋਕ ਨੇ। ਜਿਹੜੀ ਇਹ ਗੱਲ ਲਾਈ ਜਾਂਦੀ ਹੈ ਕਿ ਬਾਰਡਰ ਦੇ ਇਲਾਕੇ ਦੇ ਵਿੱਚ ਕਨਵਰਸ਼ਨ ਹੋ ਰਹੀ ਹੈ, ਇੱਦਾਂ ਦੀ ਕੋਈ ਵੀ ਗੱਲ ਨਹੀਂ ਹੈ ਜੀ। ਉਹ ਇੱਕ ਭਾਈਚਾਰਕ ਸਾਂਝ ਹੈ। ਜਦੋਂ ਬਚਪਨ ਦੇ ਵਿੱਚ ਅਸੀਂ ਕੌਸ਼ਲ ਸਾਹਿਬ, ਮੈਨੂੰ ਯਾਦ ਹੈ ਆਪਣਾ ਬਚਪਨ, ਕਿ ਸਾਡੇ ਘਰ ਦੇ ਵਿੱਚ ਹੀ ਕੀਰਤਨ ਵੀ ਚੱਲਦਾ ਸੀ, ਸਾਡੇ ਘਰ ਹੀ ਆਰਤੀ ਚੱਲਦੀ ਸੀ ਤੇ ਸਾਡੇ ਘਰ ਹੀ ਪ੍ਰੇਅਰ ਹੁੰਦੀ ਸੀ, ਤੇ ਸਾਰਾ ਕੁਝ ਸਾਡੇ ਕਦੀ ਵੀ ਇਹ ਵੈਰ ਵਿਰੋਧ ਨਹੀਂ ਹੁੰਦਾ ਸੀ ਵੀ ਇਹ ਪ੍ਰੋਗਰਾਮ ਹਿੰਦੂਆਂ ਦਾ ਸਾਡੇ ਘਰੇ ਕਿਉਂ ਆ, ਮੁਸਲਿਮਸ ਦਾ ਕਿਉਂ ਆ, ਸਿੱਖਾਂ ਦਾ ਕਿਉਂ ਆ ਤੇ ਈਸਾਈਆਂ ਦਾ ਕਿਉਂ ਆ। ਜਦ ਕਿ ਉਸ ਟਾਈਮ ਤੇ ਕੋਈ ਵੀ ਇਦਾਂ ਦਾ ਵਿਤਕਰਾ ਨਹੀਂ ਸੀ। ਅੱਜ ਮੰਗਲ ਗ੍ਰਹਿ ਤੱਕ ਪਹੁੰਚ ਚੁੱਕੀ ਹੈ ਦੁਨੀਆ, ਤੇ ਅੱਜ ਵੀ ਸਾਡੇ ਪੰਜਾਬ ਨੂੰ ਪਿੱਛੇ ਧੱਕਣ ਦੇ ਲਈ ਕੋਈ ਵੀ ਕਸਰ ਨਹੀਂ ਛੱਡੀ ਜਾਂਦੀ। ਪੰਜਾਬ ਨੇ ਉਹ ਵਕਤ ਦੇਖਿਆ ਆ ਜਦੋਂ ਮਾਵਾਂ ਆਪਣੇ ਪੁੱਤਾਂ ਨੂੰ ਸੜਕਾਂ ਤੇ ਕੱਢਣ ਤੋਂ ਡਰਦੀਆਂ ਸੀ, ਜਦੋਂ ਭੈਣਾਂ ਦੁਆਵਾਂ ਮੰਗਦੀਆਂ ਸੀ। ਜਿਵੇਂ ਹੁਣ ਰੱਖੜੀ ਦਾ ਤਿਉਹਾਰ ਆ ਰਿਹਾ ਕਿ ਮੇਰੇ ਭਰਾ ਦੇ ਰੱਖੜੀ ਬੰਨ੍ਹਣੀ ਆ, ਹਾਏ ਰੱਬਾ ਵੀ ਇਹਨੂੰ ਬਾਹਰ ਜਾਂਦੇ ਨੂੰ ਕੁਛ ਹੋ ਨਾ ਜਾਏ। ਦੋ ਤਰ੍ਹਾਂ ਦਾ ਡਰ ਭੈ ਮੰਨਦਾ ਸੀ, ਕਿਤੇ ਸਾਡਾ ਭਰਾ ਇਸ ਤਰੀਕੇ ਨਾਲ ਨਜਾਇਜ਼ ਨਾ ਮਾਰਿਆ ਜਾਏ, ਕਿਸੇ ਇਸ ਤਰੀਕੇ ਦੇ ਨਾਲ। ਅੱਜ ਅਸੀਂ ਉਹ ਦੌਰ 'ਚੋਂ ਨਿਕਲੇ ਹਾਂ, ਅੱਜ ਚੰਦ ਦਾ ਜ਼ਮਾਨਾ ਆ, ਤੇ ਅੱਜ ਵੀ ਅਸੀਂ ਉਹ ਗੱਲਾਂ 'ਚ ਫਸੇ ਹੋਏ ਹਾਂ। ਵੈਰ ਵਿਰੋਧ, ਧਰਮ, ਜਾਤ ਪਾਤ। ਅੱਜ ਧਰਮ ਜਾਤ ਪਾਤ ਦੀ ਕੋਈ ਵੀ ਗੱਲ ਨਹੀਂ ਹੈ। ਮੈਂ ਇੱਕ ਮੈਸੇਜ ਦੇਣਾ ਚਾਹੁੰਦਾ, ਜਿਹੜੇ ਫਿਰਕਾ ਪ੍ਰਸਤ ਲੋਕ ਆ ਇਹਨਾਂ 'ਤੇ ਲਗਾਮ ਦਿੱਤੀ ਜਾਣੀ ਚਾਹੀਦੀ ਹੈ, ਤੇ ਸਾਨੂੰ ਸਾਡੇ ਇੰਡੀਆ ਦੇ ਕੌਂਸਟੀਟਿਊਸ਼ਨ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਤਿਰੰਗਾ ਸਾਡੀ ਆਨ ਬਾਨ ਅਤੇ ਸ਼ਾਨ ਹੈ, ਉਹਨੂੰ ਸਲੂਟ ਕਰਨਾ ਸਾਡਾ ਫਰਜ਼ ਹੈ। ਬਾਕੀ ਜਿਹੜਾ ਸਾਡਾ ਧਰਮ ਦਾ ਇੰਟਰਨਲ ਮੈਟਰ ਆ, ਉਹ ਇੰਟਰਨਲ ਮੈਟਰ ਆ, ਉਹਨੂੰ ਅੰਦਰ ਰੱਖੀਏ, ਅਸੀਂ ਉਹਨੂੰ ਦੇਸ਼ ਨਾਲ ਨਾ ਜੋੜੀਏ। ਸੋ ਮੈਂ ਦੂਆ ਸਾਹਿਬ ਦੀ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ, ਕਿਉਂਕਿ ਪਹਿਲਾਂ ਇੱਦਾਂ ਦੇ ਕਦੇ ਮਾਹੌਲ ਨਹੀਂ ਬਣੇ, ਕਿਉਂਕਿ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਹੈ ਜਿਹੜੀ ਸ਼ੁਰੂ ਤੋਂ ਬਣਦੀ ਆ ਰਹੀ ਹੈ ਔਰ ਅੱਜ ਵੀ ਮੌਜੂਦ ਹੈ। ਔਰ ਤਾਂ ਹੀ ਹੈ ਜਿਹੜਾ ਪੰਜਾਬ ਹੈ ਜਿਹੜਾ ਉਹ ਅੱਜ ਹੱਸਦਾ ਵਸਦਾ ਪੰਜਾਬ ਹੈ। ਹਾਲਾਂਕਿ ਸਾਡਾ ਕਿਸੇ ਧਰਮ ਦੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ। ਅਗਰ ਮੈਂ ਐਜ਼ ਏ ਹਿੰਦੂ ਮੰਦਰ ਜਾਣਾ ਮੈਂ ਤਾਂ ਮੇਰਾ ਸਿਰ ਹੈ ਜਿਹੜਾ ਗੁਰਦੁਆਰੇ ਵੀ ਝੁਕਦਾ ਵਾ, ਮਸਜਿਦ ਜਾ ਕੇ ਵੀ ਮੇਰਾ ਸਿਰ ਝੁਕਦਾ ਔਰ ਚਰਚ ਜਾ ਕੇ ਵੀ ਮੇਰਾ ਸਿਰ ਝੁਕਦਾ ਵਾ। ਲੇਕਿਨ ਜਿਹੜੀ ਅੱਜ ਡਿਸਕਸ਼ਨ ਅਸੀਂ ਦੂਆ ਸਾਹਿਬ ਨਾਲ ਕਰ ਰਹੇ ਹਾਂ ਉਹ ਕੁਝ ਅਲੱਗ ਕਿਸਮ ਦੀ ਹੈ। ਤੁਹਾਨੂੰ ਆਉਣ ਵਾਲੇ ਕੁਝ ਸਵਾਲਾਂ ਦੇ ਵਿੱਚ ਪਤਾ ਚੱਲੇਗਾ ਕਿ ਮੈਂ ਐਕਚੁਅਲ ਦੇ ਵਿੱਚ ਡਿਸਕਸ਼ਨ ਕਰਨੀ ਕੀ ਚਾਹੁੰਦਾ ਇਹਨਾਂ ਦੇ ਨਾਲ। ਸਰ, ਕਿੰਨੇ ਪਾਸਟਰ ਇਸ ਵੇਲੇ ਪੰਜਾਬ ਦੇ ਵਿੱਚ ਮੌਜੂਦ ਹੋਣਗੇ? ਪੰਜਾਬ ਦੇ ਵਿੱਚ ਅੱਜ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪਾਸਟਰ ਨੇ ਜਿਹੜੇ ਆਪਣਾ ਕਾਰੋਬਾਰ ਛੱਡ ਕੇ ਪਰਮੇਸ਼ਵਰ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ। ਕੁਛ ਇੱਕ ਚੀਜ਼ਾਂ ਵੇਖਣ ਨੂੰ ਮਿਲੀਆਂ ਨੇ ਕਿ ਕਈ ਪਾਸਟਰਸ ਦੇ ਵੱਲੋਂ ਲੋਕਾਂ ਨੂੰ ਠੀਕ ਕਰਨ ਦੀ ਮਤਲਬ ਉਹ ਕੀਤੀ ਜਾ ਰਹੀ ਹੈ ਵੀ ਜਿਵੇਂ ਕੋਈ ਮੰਨ ਲਓ ਵੱਡੀ ਬਿਮਾਰੀ ਦੇ ਨਾਲ ਗ੍ਰਸਤ ਹੈ, ਕੈਂਸਰ ਦੇ ਨਾਲ ਗ੍ਰਸਤ ਹੈ, ਕਿਸੇ ਨੂੰ ਕਿਸੇ ਤਰ੍ਹਾਂ ਦੀ ਬਿਮਾਰੀ ਹੈ, ਕਿਸੇ ਨੂੰ ਕਿਸੇ ਤਰ੍ਹਾਂ ਦੀ ਬਿਮਾਰੀ ਹੈ। ਹਾਲਾਂਕਿ ਪੰਜਾਬ ਦੇ ਵਿੱਚ ਆਪਣੀਆਂ ਕੁਝ ਸਮੱਸਿਆਵਾਂ ਨੇ, ਕੈਂਸਰ ਸਟੇਟ ਬਣਦਾ ਜਾ ਰਿਹਾ ਪੰਜਾਬ, ਲੇਕਿਨ ਉਹ ਉੱਥੇ ਦੇਖਿਆ ਜਾ ਰਿਹਾ ਕਿ ਉਹ ਪਾਸਟਰ ਹੱਥ ਲਗਾਉਂਦੇ ਆ ਤੇ ਬੰਦਾ ਠੀਕ ਹੋ ਜਾਂਦਾ ਵਾ। ਇਹਦੇ ਨਾਲ ਕਿੰਨੇ ਕੁ ਸਹਿਮਤ ਲੱਗਦੇ ਹੋ ਤੁਸੀਂ? ਇਹਦੇ ਵਿੱਚ ਜਿਹੜੀ ਆਪਾਂ ਗੱਲ ਕੀਤੀ ਕੈਂਸਰ ਸਟੇਟ ਦੀ, ਇਹਦੇ ਵਿੱਚ ਸਰਕਾਰਾਂ ਨੂੰ ਪਹਿਲਾਂ ਤਾਂ ਧਿਆਨ ਦੇਣਾ ਚਾਹੀਦਾ ਆ ਕਿ ਬਹੁਤ ਸਾਰੇ ਇਦਾਂ ਦੇ ਪੈਸਟੀਸਾਈਡ ਹੁੰਦੇ ਨੇ ਜਿਹੜੇ ਇਨਸਾਨ ਦੀ ਬਾਡੀ ਦੇ ਉੱਤੇ ਇਫੈਕਟ ਕਰਦੇ ਨੇ। ਬਾਕੀ ਰਹੀ ਗੱਲ ਆਤਮ ਵਿਸ਼ਵਾਸ ਦੀ, ਇਨਸਾਨ ਆਪਣੇ ਇੰਟਰਨਲ ਸਿਸਟਮ ਦੇ ਨਾਲ ਬਿਮਾਰ ਹੁੰਦਾ ਤੇ ਆਪਣੇ ਇੰਟਰਨਲ ਸਿਸਟਮ ਦੇ ਨਾਲ ਠੀਕ ਹੁੰਦਾ ਆ। ਗੱਲ ਪਾਸਟਰਸ ਦੀ ਕੀਤੀ ਜਾਵੇ, ਪਾਸਟਰਸ ਕੀ ਹੈ ਵੀ ਇੱਕ ਮੰਨਣ ਚਿੰਤਨ ਦੇ ਬਾਰੇ ਪਾਸੇ ਲੈ ਕੇ ਜਾਂਦੇ ਨੇ ਕਿ ਤੁਸੀਂ ਪਰਮੇਸ਼ਵਰ ਨੂੰ ਮੰਨੋ। ਪਰਮੇਸ਼ਵਰ ਕੌਣ ਹੈ? ਅਕਾਲ ਪੁਰਖ। ਅਸੀਂ ਜੇ ਸਾਡੇ ਪੈਰੋਕਾਰਾਂ ਦੀ ਗੱਲ ਕਰੀਏ, ਟਾਈਮ ਟੂ ਟਾਈਮ ਕੋਈ ਨਾ ਕੋਈ ਅਵਤਾਰ ਆਇਆ ਜਿਹਨੇ ਦੁਨੀਆ ਨੂੰ ਚੰਗੀ ਸੇਧ ਦਿੱਤੀ ਹੈ।
ਉਸੇ ਤਰੀਕੇ ਦੇ ਨਾਲ ਪਾਸਟਰ ਕੀ ਕਰਦੇ ਨੇ, ਪ੍ਰਾਰਥਨਾ ਦੇ ਵਿੱਚ ਇਨਸਾਨ ਨੂੰ ਲਗਾਉਂਦੇ ਨੇ ਕਿ ਤੁਸੀਂ ਮਨਨ ਚਿੰਤਨ ਕਰੋ, ਇਕਾਗਰਤਾ 'ਚ ਪ੍ਰਾਰਥਨਾ ਕਰੋ ਤੇ ਪਰਮੇਸ਼ਵਰ ਤੁਹਾਨੂੰ ਠੀਕ ਕਰੇਗਾ। ਜਦੋਂ ਵੀ ਤੁਸੀਂ ਆਪਣਾ ਕੋਈ ਦੁੱਖ ਦਰਦ ਲੈ ਕੇ ਕਿਸੇ ਲੀਡਰ ਕੋਲ, ਡਾਕਟਰ ਕੋਲ, ਵੈਦ ਕੋਲ ਜਾਂਦੇ ਹੋ, ਜਦੋਂ ਉਹ ਤੁਹਾਨੂੰ ਕਹਿ ਦਿੰਦਾ ਵੀ ਜਾ ਯਾਰ ਤੇਰਾ ਰੋਗ ਕੱਟਿਆ ਗਿਆ, ਤੇ ਤੁਹਾਡੇ ਇੰਟਰਨਲੀ ਇੱਦਾਂ ਦੀ ਸਟਰੈਂਥ ਆ ਜਾਂਦੀ ਆ ਜਿਹਦੇ ਨਾਲ ਤੁਸੀਂ ਆਪਣੇ ਆਪ ਨੂੰ ਠੀਕ ਸਮਝਣਾ ਮਹਿਸੂਸ ਕਰਦੇ ਹੋ। ਜਦੋਂ ਤੁਹਾਨੂੰ ਕੋਈ ਹੌਸਲਾ ਦੇਣ ਵਾਲਾ ਹੀ ਨਹੀਂ ਹੋਏਗਾ, ਤੁਹਾਨੂੰ ਸਮਝਾਉਣ ਵਾਲਾ ਹੀ ਨਹੀਂ ਹੋਏਗਾ, ਤੇ ਤੁਸੀਂ ਉਹ ਬਿਮਾਰੀ ਦੇ ਵਿੱਚ ਗ੍ਰਸਤ ਹੁੰਦੇ ਜਾਓਗੇ। ਹੁਣ ਜੇ ਪਾਸਟਰਸ ਦੀ ਗੱਲ ਕਰੀਏ, ਉਹ ਲੋਕਾਂ ਨੂੰ ਮੈਡੀਟੇਸ਼ਨ ਵੱਲ ਲੈ ਕੇ ਜਾਂਦੇ ਨੇ, ਉਹ ਪ੍ਰਭੂ ਯੀਸ਼ੂ ਮਸੀਹ ਦੇ ਨਾਂ ਦੇ ਉੱਤੇ ਪ੍ਰਚਾਰ ਕਰਦੇ ਨੇ। ਤੇ ਕਿਉਂਕਿ ਵਚਨ ਨੇ ਸਾਨੂੰ ਦੱਸਿਆ ਕਿ ਜਿੱਥੇ 2 ਜਾਂ 3 ਮੇਰੇ ਨਾਮ ਦੇ ਵਿੱਚ ਇਕੱਠੇ ਨੇ, ਮੈਂ ਉੱਥੇ ਹਾਜ਼ਰ ਹਾਂ। ਕਿਤੇ ਨਾ ਕਿਤੇ ਤਾਂ ਸੁਪਰ ਨੈਚੁਰਲ ਪਾਵਰ, ਜਿਨ੍ਹਾਂ ਨੂੰ ਅਸੀਂ ਪਰਮੇਸ਼ਵਰ ਕਹਿੰਦੇ ਹਾਂ, ਆਲਮਾਈਟੀ ਗੋਡ ਕਹਿੰਦੇ ਹਾਂ, ਉਹ ਕੰਮ ਕਰਦੇ ਨੇ। ਕਿਉਂਕਿ ਅਸੀਂ 5 ਪਿਆਰਿਆਂ 'ਚ ਪਰਮੇਸ਼ਵਰ ਦੇਖਦੇ ਹਾਂ। ਤੇ ਜਿੱਥੇ ਵੀ ਸੱਚੇ ਮਨ ਦੇ ਨਾਲ ਇਕਜੁੱਟ ਹੋ ਕੇ ਪ੍ਰਾਰਥਨਾ ਕੀਤੀ ਜਾਏਗੀ, ਉਹਦਾ ਅਸਰ ਹੋਏਗਾ। ਜੇ ਬਹੁਤਾ ਨਹੀਂ, ਥੋੜ੍ਹਾ ਅਸਰ ਹੋਏਗਾ, ਉਸੇ ਦੇ ਨਾਲ ਹੀਲਿੰਗ ਹੁੰਦੀ ਹੈ ਤੇ ਹੀਲਿੰਗ ਨਾਲ ਬੰਦਾ ਠੀਕ ਹੁੰਦਾ ਹੈ। ਸਰ ਮੈਂ ਮੰਨ ਗਿਆ ਸੁਪਰਨੈਚੁਰਲ ਪਾਵਰਸ ਨੇ ਜਿਹੜੀਆਂ ਕੰਮ ਕਰਦੀਆਂ, ਕਿ ਮੁਰਦੇ ਨੂੰ ਜਿੰਦਾ ਕੀਤਾ ਜਾ ਸਕਦਾ? ਮੁਰਦੇ ਨੂੰ ਜਿੰਦਾ ਕੀਤਾ ਜਾ ਸਕਦਾ ਜੀ। ਮੁਰਦੇ ਨੂੰ ਜਿੰਦਾ ਇਦਾਂ ਕੀਤਾ ਜਾ ਸਕਦਾ ਵੀ ਕੁਛ ਕੁ ਦੇਰ ਦੇ ਲਈ ਉਹਦੇ ਵਿੱਚ ਸਾਹ ਰਹਿੰਦੇ ਨੇ, ਤੇ ਜਦੋਂ ਕੁਛ ਕੁ ਦੇਰ ਲਈ ਸਾਹ ਰਹਿੰਦੇ ਨੇ, ਜੇ ਉਹਨੂੰ ਸਹੀ ਤਰੀਕੇ ਦੇ ਨਾਲ ਉਹਨੂੰ ਟਰੀਟਮੈਂਟ ਮਿਲਿਆ ਜਾਏ ਤਾਂ ਮੁਰਦਾ ਜਿੰਦਾ ਹੋ ਸਕਦਾ। ਹੁਣ ਆਪਾਂ ਪਿੱਛੇ ਕਰੋਨਾ ਦੀ ਦੌਰ ਦੇ ਚੱਲ ਜਾਈਏ। ਕਰੋਨਾ ਦੇ ਦੌਰ ਦੇ ਵਿੱਚ ਕੀ ਸੀ, ਆਕਸੀਜਨ ਦੀ ਕਮੀ ਹੋਣ ਲੱਗ ਗਈ। ਜਿਹੜਾ ਤਾਂ ਆਪਣਾ ਟਰੀਟਮੈਂਟ ਸਹੀ ਤਰੀਕੇ ਦੇ ਨਾਲ ਕਰਾ ਲੈਂਦਾ ਸੀ, ਜਿਹਨੂੰ ਆਕਸੀਜਨ ਮਿਲ ਜਾਂਦੀ ਸੀ, ਉਹ ਬਚ ਜਾਂਦਾ ਸੀ। ਪਰ ਜਿਹੜਾ ਉਹ ਸਟੇਜ ਟੱਪ ਜਾਂਦਾ ਸੀ, ਉਹਨੂੰ ਵਿਚਾਰੇ ਨੂੰ ਆਪਣੇ ਜੀਵਨ ਤੋਂ ਹੱਥ ਧੋਣੇ ਪੈਂਦੇ ਸੀ। ਸਰ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਪਾਸਟਰ ਸਾਹਿਬਾਨ ਨੇ ਉਹ ਇੱਕ ਮੋਟੀਵੇਟਰ ਦੀ ਭੂਮਿਕਾ ਨਿਭਾ ਰਹੇ ਨੇ, ਔਰ ਜੇ ਕਿਸੇ ਨੂੰ ਦਿੱਕਤ ਹੁੰਦੀ ਹੈ ਤਾਂ ਉਹ ਉਹਨਾਂ ਨੂੰ ਠੀਕ ਕਰ ਦਿੰਦੇ ਆ, ਚਾਹੇ ਉਹ ਕੈਂਸਰ ਹੀ ਕਿਉਂ ਨਾ ਹੋਵੇ। ਜੀ ਮੈਂ ਉਹੀ ਕਹਿੰਦਾ ਨਾ, ਮੋਟੀਵੇਸ਼ਨ, ਇੱਕ ਮੋਰਲ ਸਪੋਰਟ ਬਹੁਤ ਜ਼ਿਆਦਾ ਜ਼ਰੂਰੀ ਹੈ ਇਨਸਾਨ ਦੇ ਲਈ। ਅੱਜ ਅਸੀਂ ਮਹਿੰਗਾਈ ਦੇ ਦੌਰ ਦੇ ਵਿੱਚ ਇੰਨਾ ਫਸ ਚੁੱਕੇ ਹਾਂ, ਇੰਨਾ ਧੱਸ ਚੁੱਕੇ ਹਾਂ, ਬੇਰੁਜ਼ਗਾਰੀ ਦੇ ਵਿੱਚ ਇੰਨਾ ਧੱਸ ਚੁੱਕੇ ਹਾਂ ਵੀ ਅੱਜ ਜੀਵਨ ਬਸਰ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੈ, ਜਿਹਦਾ ਕਰਕੇ ਲੋਕ ਡਿਪਰੈਸ਼ਨ ਦੇ ਸ਼ਿਕਾਰ ਹੁੰਦੇ ਆ। ਤੇ ਡਿਪਰੈਸ਼ਨ ਦੇ ਨਾਲ ਉਹਨਾਂ ਨੂੰ ਐਂ ਲੱਗਣ ਲੱਗ ਜਾਂਦਾ ਵੀ ਅਸੀਂ ਬਹੁਤ ਵੱਡੀ ਬਿਮਾਰੀ ਦੇ ਨਾਲ ਗ੍ਰਸਤ ਹੋ ਚੁੱਕੇ ਹਾਂ। ਜੇ ਅਸੀਂ ਕੈਂਸਰ ਦੀ ਵੀ ਗੱਲ ਕਰੀਏ, ਕੈਂਸਰ ਵੀ ਕਈ ਪ੍ਰਕਾਰ ਦੇ ਕੈਂਸਰ ਹੁੰਦੇ ਨੇ, ਉਹ ਜਿਹੜੇ ਕਿਉਰ ਹੋਣ ਵਾਲੇ ਤੇ ਜਿਹੜੇ ਅਨਕਿਉਰ ਵਾਲੇ। ਜਦੋਂ ਕਈ ਵਾਰੀ ਕੀ ਹੁੰਦਾ ਵੀ ਅਸੀਂ ਡਾਕਟਰ ਤੋਂ ਟੈਸਟ ਕਰਾ ਕੇ ਆਉਂਦੇ ਹਾਂ, ਉਹ ਇੱਦਾਂ ਦੀ ਸਟੇਜ ਹੁੰਦੀ ਹੈ ਜਿਹੜੀ ਰਿਕਵਰ ਕੀਤੀ ਜਾ ਸਕਦੀ ਹੈ। ਜਦੋਂ ਉਹਨਾਂ ਨੂੰ ਮੋਟੀਵੇਟ ਕੀਤਾ ਜਾਂਦਾ, ਉਹਨਾਂ ਨੂੰ ਸਪੋਰਟ ਕੀਤੀ ਜਾਂਦੀ ਹੈ, ਤੇ ਉਹ ਲੋਕ ਆਪਣੇ ਆਪ ਹੀ ਠੀਕ ਹੋ ਜਾਂਦੇ ਨੇ। ਇਹਨੂੰ ਮੈਂ ਸੁਪਰ ਨੈਚੁਰਲ ਪਾਵਰ ਕਹਿੰਦਾ ਜੀ। ਸਰ ਇਸ ਦਾ ਮਤਲਬ ਤਾਂ ਇਹ ਹੋ ਗਿਆ ਕਿ ਚਲੋ ਇਹ ਤੇ ਆਉਂਦੇ ਆ, ਮੈਨੂੰ ਇਹ ਦੱਸੋ ਜ਼ਰਾ, ਦੁਨੀਆ ਦੇ ਵਿੱਚ ਕਿੰਨੇ ਮੁਲਕਾਂ 'ਚ ਕ੍ਰਿਸਚਨ ਧਰਮ ਦੇ ਫਾਲੋਅਰਸ ਨੇ? ਅੱਜ ਦੁਨੀਆ ਦੇ ਵਿੱਚ ਜੇ ਅਸੀਂ 65% ਦੇਖਿਆ ਜਾਏ ਤਾਂ 65% ਕੰਟਰੀਜ਼ ਕ੍ਰਿਸਚਨ ਕੰਟਰੀਆਂ ਨੇ ਜੀ। ਫਿਰ ਇਹਦਾ ਮਤਲਬ ਇਹ ਹੋ ਗਿਆ ਕਿ ਉਹ 65% ਕੰਟਰੀਜ਼ ਦੇ ਵਿੱਚ ਹਸਪੀਟਲ ਨਹੀਂ ਹੋਣਗੇ? ਹਸਪੀਟਲ ਤਾਂ ਹੁੰਦੇ। ਹੁਣ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਡਾਕਟਰ ਦੀ ਰਿਪੋਰਟ ਦੇ ਨਾਲ ਕੈਂਸਰ ਆਉਂਦਾ, ਤੇ ਉਹ ਕੈਂਸਰ ਕਈ ਵਾਰੀ ਇੱਦਾਂ ਦੀ ਸਟੇਜ ਹੁੰਦੀ ਆ ਵੀ ਉਹਨੂੰ ਆਪਾਂ ਰਿਕਵਰ ਕਰ ਸਕਦੇ ਹਾਂ, ਤੇ ਬਹੁਤ ਸਾਰੇ ਮਰੀਜ਼ ਇੱਦਾਂ ਦੇ ਹੁੰਦੇ ਜਿਹੜੇ ਨਹੀਂ ਰਿਕਵਰ ਹੁੰਦੇ। ਹੁਣ 100 ਬੰਦਾ ਆਇਆ ਸਮਝ ਲਓ ਪਾਸਟਰ ਕੋ ਮਰੀਜ਼, 100 ਦੇ ਵਿੱਚੋਂ ਜੇ 3 ਠੀਕ ਹੋ ਜਾਣ, ਉਹ ਵੱਡੀ ਵਿਟਨੈਸ ਨਿਕਲ ਆਉਂਦੀ ਆ, ਉਹ ਵੱਡੀ ਗਵਾਹੀ ਨਿਕਲ ਆਉਂਦੀ ਆ। ਪਰ ਜਿਹੜੇ 97 ਚਲੇ ਗਏ, ਉਹ ਕਿਸੇ ਨੂੰ ਦਿਖਦੇ ਨਹੀਂ। ਸਰ ਫਿਲਮਾਇਆ ਇਸ ਤਰੀਕੇ ਦੇ ਨਾਲ ਜਾ ਰਿਹਾ, ਉਹ ਦਿਖਾਇਆ ਇਸ ਤਰੀਕੇ ਦੇ ਨਾਲ ਜਾ ਰਿਹਾ, ਲੋਕ ਖੜੇ ਖੜੇ ਗਿਰ ਜਾਂਦੇ ਆ, ਗਿਰੇ ਗਿਰੇ ਉੱਠ ਜਾਂਦੇ ਆ। ਇਹ ਕੀ ਹੋ ਰਿਹਾ ਹੈ? ਇਹ ਕੀ ਹੈ ਭਾਜੀ, ਵੀ ਜਦੋਂ ਤੁਸੀਂ ਮੈਡੀਟੇਸ਼ਨ ਕਰਦੇ ਹੋ, ਪ੍ਰਾਰਥਨਾ ਕਰਦੇ ਹੋ ਨਾ, ਪ੍ਰਾਰਥਨਾ ਆਰਾਧਨਾ ਦੇ ਨਾਲ ਕੀ ਹੁੰਦਾ ਵੀ ਤੁਹਾਡੇ ਵਿੱਚ ਕੁਝ ਸ਼ਕਤੀਆਂ ਆ ਜਾਂਦੀਆਂ। ਉਹ ਜਦੋਂ ਸ਼ਕਤੀਆਂ ਆ ਜਾਂਦੀਆਂ, ਕਿਉਂਕਿ ਅਸੀਂ ਇਸ ਦੁਨੀਆ ਦੇ ਉੱਤੇ ਆ, ਜਿਹੜੀ ਚੀਜ਼ ਦਾ ਨਾਮ ਹੈ ਉਹ ਹੈਗੀ ਹੈ। ਮਾਫ ਕਰਨਾ ਦੁਆ ਸਾਹਿਬ, ਤੁਸੀਂ ਹੁਣੇ ਕਿਹਾ ਦੁਨੀਆ ਚੰਦ ਤੇ ਪਹੁੰਚ ਗਈ ਆ, ਹੁਣ ਸ਼ਕਤੀਆਂ ਕਿੱਥੋਂ ਆ ਗਈਆਂ? ਸ਼ਕਤੀਆਂ ਦੇ ਨਾਲ ਹੀ ਚੰਦ ਤੇ ਪਹੁੰਚੇ ਆ ਨਾ। ਉਹ ਰਾਕਟ ਤਿਆਰ ਹੋਇਆ, ਉਹ ਲੈ ਗਿਆ। ਉਸੇ ਤਰੀਕੇ ਦੇ ਨਾਲ ਕੁਝ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਆਪਾਂ ਜਿਨ੍ਹਾਂ ਨੂੰ ਮੰਨਦੇ ਹਾਂ, ਜਿਨ੍ਹਾਂ ਨੂੰ ਪੂਜਦੇ ਹਾਂ, ਕਿਤੇ ਨਾ ਕਿਤੇ ਉਹ ਪਾਵਰ ਆਉਂਦੀ ਹੈ, ਤੇ ਉਹ ਪਾਵਰ ਆਪ ਕੰਮ ਕਰਦੀ। ਜੇ ਤੁਸੀਂ ਕਹੋ ਵੀ ਮੈਂ ਕੰਮ ਕਰਦਾ ਜਾਂ ਕੋਈ ਪਾਸਟਰ ਕੰਮ ਕਰਦਾ, ਉਹ ਨਹੀਂ ਕਰ ਸਕਦਾ। ਸਾਹਿਬ ਤੁਸੀਂ ਕਿਹਾ ਕਿ ਮੈਂ ਇੱਥੇ ਦੇ ਜੰਮਪਲ ਹਾਂ, ਬਾਬੇ ਨਾਨਕ ਦੀ ਧਰਤੀ ਦੇ ਜੰਮਪਲ ਹਾਂ ਅਸੀਂ, ਤੇ ਸਾਨੂੰ ਹਮੇਸ਼ਾ ਬਾਬੇ ਨਾਨਕ ਨੇ ਨਾ ਅੰਧ ਵਿਸ਼ਵਾਸ ਤੋਂ, ਵਹਿਮਾਂ ਭਰਮਾਂ ਤੋਂ ਦੂਰ ਰਹਿਣ ਲਈ ਸਿੱਖਿਆ ਦਿੱਤੀ ਹੈ ਕਿ ਇਹ ਜੋ ਕੁਝ ਹੋ ਰਿਹਾ ਪੰਜਾਬ ਦੇ ਵਿੱਚ, ਇਹ ਵਹਿਮਾਂ ਭਰਮਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਪੰਜਾਬੀ ਫਸ ਜਾਣਗੇ? ਦੇਖੋ ਜੀ, ਪੰਜਾਬ ਦੇ ਬਹੁਤ ਹੀ ਅੱਛੇ ਲੋਕ ਨੇ, ਗੁਰੂ ਪੀਰਾਂ ਦੀ ਧਰਤੀ ਹੈ ਇਹ। ਗੁਰੂ ਸਾਹਿਬ ਦਾ ਜਨਮ ਨਨਕਾਣਾ ਸਾਹਿਬ ਹੋਇਆ, ਤੇ ਬਾਅਦ ਦੇ ਵਿੱਚ ਵਿਭਾਜਿਤ ਵੀ ਹੋ ਗਿਆ, ਹਿੰਦੁਸਤਾਨ ਪਾਕਿਸਤਾਨ ਅਲੱਗ ਹੋ ਗਿਆ। ਹੁਣ ਗੱਲ ਅਸੀਂ ਵਹਿਮਾਂ ਭਰਮਾਂ ਦੀ ਗੱਲ ਨਾ ਕਰੀਏ, ਗੱਲ ਸ਼ਾਂਤੀ ਦੀ ਕਰੀਏ। ਵਹਿਮ ਭਰਮ ਤਾਂ ਪਾਉਂਦੇ ਹੀ ਨਹੀਂ ਕਿਤੇ ਨਾ। ਜੇ ਵਹਿਮ ਭਰਮ ਪਾਉਂਦੇ ਹੁਣ ਫਿਰ ਕਹਿਣ ਵੀ ਜਾਓ ਯਾਰ ਫਲਾਣੇ ਥਾਂ ਆਹ ਕਰਿਆਓ, ਫਲਾਣੇ ਥਾਂ ਆਹ ਕਰਿਆਓ।
ਵਹਿਮ ਭਰਮ ਦੀ ਗੱਲ ਨਹੀਂ ਹੈਗੀ, ਗੱਲ ਡਿਪਰੈਸ਼ਨ ਦੀ ਗੱਲ ਚੱਲੀ ਵੀ ਜਿਹੜਾ ਡਿਪਰੈਸਡ ਬੰਦਾ ਨਾ ਉਹ ਕਿਤੇ ਨਾ ਕਿਤੇ ਇਹ ਚਾਹੁੰਦਾ ਵੀ ਮੈਨੂੰ ਸਕੂਨ ਮਿਲੇ, ਮੇਰੀ ਗੱਲ ਸੁਣੀ ਜਾਏ ਤੇ ਉਹਦਾ ਹੱਲ ਹੋਵੇ। ਸਰ ਜਦੋਂ ਅਸੀਂ ਆਏ ਤੁਹਾਡੇ ਕੋਲ ਇੰਟਰਵਿਊ ਕਰਨ ਦੇ ਲਈ ਤੇ ਅਸੀਂ ਤੁਹਾਨੂੰ ਚਰਚ ਦੇ ਵਿੱਚ ਪ੍ਰੇਅਰ ਕਰਦੇ ਵੇਖਿਆ, ਔਰ ਉਸ ਵੇਲੇ ਜਿਹੜੇ ਤੁਸੀਂ ਪ੍ਰੇਅਰ ਲਈ ਲਫ਼ਜ਼ ਯੂਜ਼ ਕੀਤੇ ਉਹ ਬਹੁਤ ਦਿਲ ਦੇ ਅੰਦਰ ਉਤਰੇ ਹੋਏ ਨੇ। ਔਰ ਇਸੇ ਤਰ੍ਹਾਂ ਹਰ ਧਰਮ ਹੈ ਜਿਹੜਾ ਉਹ ਇਹੀ ਸਿੱਖਿਆ ਦਿੰਦਾ ਵਾ, ਸਭ ਦੀ ਜਿਹੜਾ ਸਰਬੱਤ ਦਾ ਭਲਾ ਮੰਗਦਾ ਵਾ, ਹੈ ਨਾ। ਲੇਕਿਨ ਇੱਥੇ ਪੰਜਾਬ ਦੇ ਵਿੱਚ ਪੈਸੇ ਦੇ ਕੇ ਕਨਵਰਜ਼ਨ ਹੋ ਰਹੀ ਹੈ, ਸ਼ਰੇਆਮ ਪਤਾ ਚੱਲ ਰਿਹਾ ਕਿ ਪੈਸੇ ਦੇ ਕੇ ਕ੍ਰਿਸਚਨ ਐਡੀ ਤਾਦਾਦ ਦੇ ਵਿੱਚ ਤੁਸੀਂ ਨਹੀਂ ਬਣਾਤੇ ਪਹਿਲਾਂ, ਜਾਂ ਤੁਸੀਂ ਨਹੀਂ ਇੱਦਾਂ ਦੇ ਟ੍ਰੀਟਮੈਂਟ ਕਰਤੇ। ਮੈਂ ਹਸਪੀਟਲਸ ਦੀ ਗੱਲ ਕਰ ਰਿਹਾ ਸੀਗਾ, ਅਗਰ ਇੱਦਾਂ ਹੀ ਪਾਸਟਰ ਸਾਹਿਬਾਨ ਹੋਣ ਸਾਡੇ ਕੋਲ, ਸਾਨੂੰ ਡਾਕਟਰਾਂ ਦੀ ਜ਼ਰੂਰਤ ਨਹੀਂ, ਸਾਨੂੰ ਹਸਪੀਟਲਾਂ ਦੀ ਜ਼ਰੂਰਤ ਨਹੀਂ ਹੈਗੀ। ਇਸ ਦਾ ਮਤਲਬ ਤਾਂ ਇਹ ਹੋ ਗਿਆ ਕਿ ਜਿੱਥੇ ਸਭ ਤੋਂ ਵੱਡੇ ਧਰਮ ਗੁਰੂ ਬੈਠੇ ਨੇ ਕ੍ਰਿਸਚਨ ਭਾਈਚਾਰੇ ਦੇ, ਉੱਥੇ ਤਾਂ ਹਸਪੀਟਲ ਹੋਣਾ ਹੀ ਨਹੀਂ ਚਾਹੀਦਾ ਕੋਈ। ਗੱਲ ਹਸਪੀਟਲ ਦੀ ਗੱਲ ਨਹੀਂ ਆ, ਨਾ ਪੈਸੇ ਦੇ ਕੇ ਕਨਵਰਸ਼ਨ ਦੀ ਗੱਲ ਹੈ, ਗੱਲ ਇਨਸਾਨ ਦੀ ਆਸਥਾ ਦੀ ਗੱਲ ਹੈ ਜੀ। ਕਿੱਥੇ ਮਨ ਜੁੜ ਗਿਆ ਉੱਥੇ ਇਨਸਾਨ ਤੁਰ ਪਿਆ। ਅੱਜ ਦਾ ਮਾਹੌਲ ਜੇ ਗੱਲ ਕਰੀਏ ਵੀ ਪਹਿਲਾਂ ਪ੍ਰਚਾਰ ਸੀ ਚਰਚ ਦੇ ਅੰਦਰ ਸੀ, ਅੱਜ ਉਹ ਪ੍ਰਚਾਰ ਨਿਕਲ ਕੇ ਚਰਚ ਤੋਂ ਬਾਹਰ ਆ ਗਿਆ। ਆਪਣੇ ਆਪਣੇ ਰੀਤੀ ਰਿਵਾਜ ਨੇ, ਸਾਡੀਆਂ ਵੀ ਅਲੱਗ-ਅਲੱਗ ਡਿਨੋਮੀਨੇਸ਼ਨਸ ਨੇ, ਜਿਵੇਂ ਰੋਮਨ ਕੈਥੋਲਿਕ ਹੋ ਗਈ, CNI ਹੋ ਗਈ ਜਿਹਨੂੰ ਅਸੀਂ ਪ੍ਰੋਟੈਸਟੈਂਟ ਕਹਿੰਦੇ ਆ, ਪੈਂਟੀਕੋਸਟਲ ਚਰਚ ਆ ਗਿਆ, ਹਰ ਇੱਕ ਅਲੱਗ-ਅਲੱਗ ਡਿਵੀਜ਼ਨ ਨੇ, ਅਲੱਗ-ਅਲੱਗ ਤਰ੍ਹਾਂ ਦੇ ਤਰੀਕੇ ਨੇ। ਹੁਣ ਜਿਹੜਾ ਚਰਚ ਹੈ ਕੈਥੋਲਿਕ ਚਰਚ, ਉਹ ਇਹ ਵਿਸ਼ਵਾਸ ਕਰਦਾ ਵੀ ਅੰਦਰ ਪ੍ਰਾਰਥਨਾ ਕਰੋ, ਖੁਦਾ ਦਾ ਸ਼ੁਕਰ ਕਰੋ ਤੇ ਆਪਣੇ ਆਪਣੇ ਘਰਾਂ ਨੂੰ ਜਾਓ। ਪਰ ਗੱਲ ਅੱਜ ਜੇ ਆਪਾਂ ਇਨਸਾਨ ਦੇ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ, ਤੁਸੀਂ ਟਾਈਮ ਟੂ ਟਾਈਮ ਦੇਖਿਆ ਹੋਵੇਗਾ ਕਿ ਵੱਡੇ ਵੱਡੇ ਆਪਣੇ ਸੰਤ ਪੈਰੋਕਾਰ ਆਏ ਨੇ ਤੇ ਉਹਨਾਂ ਦੇ ਕਾਫੀ ਫਾਲੋਅਰ ਬਣ ਜਾਂਦੇ ਨੇ। ਕਿਤੇ ਨਾ ਕਿਤੇ ਉਹ ਲੋਕ ਆਪਣੇ ਆਪ ਨੂੰ ਅਧੂਰੇ ਸਮਝਦੇ ਨੇ, ਉਹ ਆਪਣੇ ਅਸਲੀ ਜਗ੍ਹਾ ਨੂੰ ਛੱਡ ਕੇ ਜਿੱਥੇ ਉਹਨਾਂ ਦਾ ਜਨਮ ਹੋਇਆ ਉਹ ਦੂਜੇ ਪਾਸੇ ਜਾਂਦੇ, ਉਹਨਾਂ ਨੂੰ ਐ ਮੋਕਸ਼ ਮਿਲਦਾ ਕਿ ਸ਼ਾਇਦ ਇਹੀ ਅਸਲੀ ਘਰ ਹੈ। ਇਸ ਲਈ ਉਹ ਆਪਣੀ ਜਿਹੜੀ ਬੇਸ ਆ ਉਹਨੂੰ ਛੱਡ ਕੇ ਇਸ ਗੱਲ ਦੇ ਮਗਰ ਲੱਗਦੇ, ਕਿਉਂਕਿ ਇਨਸਾਨ ਦੀ ਆਸਥਾ ਨਾਲ ਅਸੀਂ ਕੋਈ ਗੱਲ ਨਹੀਂ ਕਰ ਸਕਦੇ। ਜੇ ਤੁਸੀਂ ਪੈਸਿਆਂ ਦੀ ਗੱਲ ਕਰੋ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਜਿਹੜੇ ਅੰਮ੍ਰਿਤਸਰ ਦੇ ਸਮਾਗਮ ਦੀ ਆਪਾਂ ਗੱਲ ਕਰੀਏ, ਜੇ ਲੱਖਾਂ ਲੋਕ ਉੱਥੇ ਇਕੱਠੇ ਹੋਏ ਆ ਤਾਂ ਦੇ ਕੇ ਪੈਸੇ ਨਹੀਂ ਹੋਏ, ਉਹਨਾਂ ਨੇ ਉਲਟ ਚੰਦਾ ਪਾਇਆ ਹੋਏਗਾ ਦਸਵੰਧ। ਜੇ ਲੱਖ ਬੰਦਾ ਉੱਥੇ ਇਕੱਠਾ ਹੋਇਆ ਹੋਊਗਾ ਤਾਂ ਸਮਝ ਲਓ ਵੀ ਉੱਥੇ 50 ਲੱਖ ਦੇ ਕਰੀਬ ਪੈਸਾ ਉਹਨਾਂ ਨੇ ਆ ਕੇ ਮੱਥਾ ਟੇਕਿਆ ਹੋਏਗਾ। ਉਹਨਾਂ ਨੂੰ ਕੋਈ ਪੈਸਾ ਦਿੰਦਾ ਨਹੀਂ, ਪੈਸਾ ਉਹ ਭੇਂਟ ਕਰਦੇ ਨੇ। ਤੇ ਜਿਹਦੀਆਂ ਖਬਰਾਂ ਆਮ ਸੋਸ਼ਲ ਮੀਡੀਆ 'ਤੇ ਚੱਲਦੀਆਂ ਰਹਿੰਦੀਆਂ ਵੀ ਪ੍ਰਾਰਥਨਾ ਲਈ ਇੰਨੇ ਪੈਸੇ, ਪ੍ਰਾਰਥਨਾ ਲਈ ਇੰਨੇ ਪੈਸੇ, ਪ੍ਰਾਰਥਨਾ ਲਈ ਇੰਨੇ ਪੈਸੇ, ਉਹ ਸਾਡੇ ਲੋਕ ਨੇ। ਪਿੱਛੇ ਅਸੀਂ ਜੇ ਗੱਲ ਕਰੀਏ, ਨਿਰਮਲ ਬਾਬਾ ਜੀ ਸੀਗੇ, ਹੱਲੇ ਵੀ ਹੈਗੇ ਨੇ, ਉਹ ਉਹਨਾਂ ਦਾ ਕੰਟੀਨਿਊ ਚੱਲਦਾ। ਇੱਕ ਟਾਈਮ ਆਉਂਦਾ ਵੀ ਜਦੋਂ ਫੇਮ ਸਟਾਰਟ ਹੁੰਦਾ ਤੇ ਉਹ ਬਹੁਤ ਪਪੂਲਰ ਹੋ ਜਾਂਦੇ। ਉਹ ਅੱਜ ਵੀ ਟਿਕਟਾਂ ਰੱਖੀਆਂ ਹੋਈਆਂ, ਇਸੇ ਤਰੀਕੇ ਨਾਲ ਸਮਾਗਮ ਚੱਲਦੇ ਨੇ। ਉਹ ਕਹਿੰਦੇ ਆਓ ਜੀ ਚੰਦਾ ਦਿਓ ਤੇ ਤੁਸੀਂ ਸ਼ਿਫਾ ਪਾਓ। ਸਰ ਫਿਰ ਉੱਥੇ ਆ ਜਾਂਦੀ ਹੈ ਗੱਲ ਵੀ ਜਿਹੜੇ ਮੈਂ ਇਹ ਜਾਣਨਾ ਚਾਹੂੰਗਾ, ਕ੍ਰਿਸਚਨ ਸਮੁਦਾਇ ਦੇ, ਕ੍ਰਿਸਚਨ ਭਾਈਚਾਰੇ ਦੇ ਸਭ ਤੋਂ ਟੌਪ ਮੋਸਟ ਧਰਮ ਗੁਰੂ ਕੌਣ ਨੇ, ਕਿੱਥੇ ਹੁੰਦੇ ਨੇ? ਕ੍ਰਿਸਚਨ ਭਾਈਚਾਰੇ ਦੇ ਜਿਹੜੇ ਧਰਮ ਗੁਰੂ ਨੇ ਮੇਨ, ਉਹ ਸਾਡੇ ਪੋਪ ਸਾਹਿਬ ਨੇ, ਪੋਪ ਫਰਾਂਸਿਸ ਜੀ, ਜਿਹੜੇ ਵੈਟੀਕਨ ਸਿਟੀ ਰੋਮ ਦੇ ਵਿੱਚ ਹੁੰਦੇ ਨੇ ਤੇ ਉੱਥੋਂ ਹੀ ਆਪਣੀ ਸੇਵਾਵਾਂ ਨਿਭਾ ਰਹੇ ਆ। ਕੀ ਕਦੇ ਉਹਨਾਂ ਨੇ ਨਹੀਂ ਸੋਚਿਆ ਵੀ ਇੰਡੀਆ ਦੇ ਵਿੱਚ ਅਜਿਹੇ ਪਾਸਟਰ ਆ ਗਏ ਨੇ ਕਿ ਜਿਹੜੇ ਖੜੇ ਖੜੇ ਬੰਦੇ ਨੂੰ ਠੀਕ ਕਰ ਦਿੰਦੇ ਨੇ? ਕਿਉਂਕਿ ਮੈਂ ਕੁਝ ਪਿਕਚਰਸ ਦੇਖੀਆਂ, ਤਸਵੀਰਾਂ ਦੇ ਵਿੱਚ ਉਹ ਵੀਲ ਚੇਅਰ 'ਤੇ ਬੈਠੇ ਸੀਗੇ। ਸ਼ਾਇਦ ਪੋਪ ਸਾਹਿਬ ਨੂੰ ਤਾਂ ਠੀਕ ਕਰ ਸਕਦੇ ਨੇ ਪਾਸਟਰ ਸਾਹਿਬ। ਪੋਪ ਸਾਹਿਬ ਦਾ ਵਿਸ਼ਵਾਸ ਖੁਦਾ ਦੇ ਉੱਤੇ ਹੈ ਜੀ, ਪ੍ਰਭੂ ਯੀਸ਼ੂ ਮਸੀਹ ਦੇ ਉੱਤੇ ਆ, ਤੇ ਉਹਨੂੰ ਹੀ ਉਹ ਪਰਮੇਸ਼ਵਰ ਮੰਨਦੇ ਆ। ਤੇ ਉਹ ਇਹ ਕਹਿੰਦੇ ਵੀ ਉਹਨਾਂ ਨੇ ਜਿਹੜੀ ਰਜਾ 'ਚ ਰੱਖਣਾ ਅਸੀਂ ਉਸੇ ਰਜਾ 'ਚ ਰਹਿਣਾ ਆ। ਉਹ ਸਾਨੂੰ ਤੰਦਰੁਸਤ ਰੱਖਣ, ਉਹਨਾਂ ਦੀ ਮਰਜ਼ੀ। ਉਹ ਸਾਨੂੰ ਥੋੜ੍ਹਾ ਬਿਮਾਰ ਰੱਖਣ, ਢਿੱਲੇ ਰੱਖਣ, ਵੀ ਉਹਨਾਂ ਦੀ ਮਰਜ਼ੀ। ਵੀ ਉਹ ਇਹ ਗੱਲ 'ਤੇ ਨਹੀਂ, ਪ੍ਰੇਅਰ ਦੇ ਉੱਤੇ ਵਿਸ਼ਵਾਸ ਕਰਦੇ ਆ। ਉਹ ਆਹ ਚੀਜ਼ਾਂ 'ਤੇ ਘੱਟ ਵਿਸ਼ਵਾਸ ਕਰਦੇ ਆ। ਸਰ ਐਗਰੀਡ ਹੈ, 100% ਐਗਰੀਡ ਹੈ, ਕਿਉਂਕਿ ਪ੍ਰਭੂ ਯੀਸ਼ੂ ਮਸੀਹ ਨੇ ਹਮੇਸ਼ਾ ਇਹ ਕਿਹਾ ਆਮ ਦਾ ਸਨ ਆਫ ਗੋਡ, ਠੀਕ ਹੈ। ਲੇਕਿਨ ਇੱਥੇ ਤਾਂ ਪਾਸਟਰ ਖੁਦ ਆਪਣੇ ਆਪ ਨੂੰ ਗੋਡ ਦੱਸ ਰਹੇ ਨੇ। ਹਾਂਜੀ ਹਾਂਜੀ, ਉਹੀ ਗੱਲ ਨਾ। ਪਿੱਛੇ ਅਸੀਂ 2019 ਦੇ ਵਿੱਚ ਇੱਕ SCPC ਫਾਰਮ ਕੀਤੀ ਸੀ, ਜਿਹੜੀ ਸ਼੍ਰੋਮਣੀ ਚਰਚ ਪ੍ਰਬੰਧਕ ਕਮੇਟੀ ਹੈ। ਉਹਦੇ 'ਤੇ ਵਰਕਿੰਗ ਚੱਲ ਰਹੀ ਹੈ, ਕਿਉਂਕਿ ਰੋਮ ਵੀ ਇੱਕ ਦਿਨ 'ਚ ਨਹੀਂ ਬਣਿਆ, ਸੈਂਕੜੇ ਸਾਲ ਲੱਗ ਗਏ। ਅਤੇ ਉਹ ਵਰਕਿੰਗ ਇਸ ਕਮੇਟੀ 'ਤੇ ਇਸੇ ਲਈ ਹੋ ਰਹੀ ਹੈ ਕਿ ਅਸੀਂ ਇਹ ਗੱਲਾਂ ਦੇ ਉੱਤੇ ਅਨੁਸ਼ਾਸਨ ਇਹਨਾਂ ਦਾ ਬਣਾ ਸਕੀਏ ਅਤੇ ਇਹਨਾਂ ਨੂੰ ਦੱਸ ਸਕੀਏ ਵੀ ਕਿਸ ਕਿਸ ਤਰੀਕੇ ਨਾਲ ਗੱਲ ਕੀਤੀ ਜਾਣੀ ਚਾਹੀਦੀ ਹੈ।
ਸਰ ਇਹ ਕੁਝ ਕੁ ਸਾਲ ਪਹਿਲਾਂ ਮੈਂ ਲੁਧਿਆਣੇ ਦੇ ਵਿੱਚ ਵੀ ਇਹ ਚੀਜ਼ ਵੇਖੀ ਸੀ, ਜਦੋਂ ਇੱਕ ਇਸ਼ੂ ਸਾਹਮਣੇ ਆਇਆ ਸੀਗਾ ਕਿ ਗੋਰਿਆਂ ਦੀਆਂ ਕਬਰਾਂ ਅਲੱਗ ਤੇ ਜਿਹੜੇ ਕਨਵਰਟਡ ਨੇ ਉਹਨਾਂ ਦੀਆਂ ਕਬਰਾਂ ਅਲੱਗ, ਔਰ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਕੋਲੇ ਤੁਸੀਂ ਵੀ ਸ਼ਾਇਦ ਗਏ ਸੀਗੇ, ਔਰ ਜਿਹੜੇ ਇੱਥੋਂ ਦੇ ਕਨਵਰਟਡ ਨੇ ਉਹਨਾਂ ਨੂੰ ਜਿਹੜੀ ਜਗ੍ਹਾ ਅਲਾਟ ਹੋਈ ਸੀਗੀ ਸ਼ਾਇਦ ਰਾਹੋਂ ਰੋਡ ਤੇ ਕਿਤੇ ਅਲਾਟ ਹੋਈ ਹੈ। ਅਗਰ ਇਹ ਚੀਜ਼ਾਂ ਇਦਾਂ ਦੀਆਂ, ਫਿਰ ਆਪਸ ਦੇ ਵਿੱਚ ਵੈਰ ਵਿਰੋਧ ਕਿਉਂ? ਨਹੀਂ, ਤੁਸੀਂ ਆਪ ਤਾਂ ਕਿਹਾ ਵੀ ਗੋਰਿਆਂ ਦੀਆਂ ਕਬਰਾਂ ਅਲੱਗ ਤੇ ਕਨਵਰਟ ਜਿਹੜੇ ਹੋਏ ਉਹਨਾਂ ਦੀਆਂ ਕਬਰਾਂ ਅਲੱਗ। ਸਾਡੇ ਲਈ ਤਾਂ ਸਰ ਸਾਰੇ ਕ੍ਰਿਸਚਨ ਇੱਕੋ ਹੀ ਨੇ ਨਾ। ਇਹੀ ਗੱਲ ਹੈ ਨਾ, ਇੰਟਰਨਲ ਗੱਲ ਕਿਸੇ ਨੂੰ ਵੀ ਨਹੀਂ ਪਤਾ ਅੱਜ ਤੱਕ, ਇੰਟਰਨਲ ਗੱਲ ਜ਼ਾਹਰ ਹੀ ਨਹੀਂ ਹੋ ਸਕੀ। ਇੰਟਰਨਲ ਜਿਹੜਾ ਬੇਸ ਹੈ, ਅਲੱਗ-ਅਲੱਗ ਸਾਡੀਆਂ ਡਿਨੋਮੀਨੇਸ਼ਨਸ ਨੇ ਜੀ। ਕ੍ਰਿਸਚਨ ਕਿਹਾ ਜਾਂਦਾ, ਪਰ ਕ੍ਰਿਸਚਨ ਦੇ ਵਿੱਚ ਕੈਥੋਲਿਕ ਆ ਗਏ, ਮੈਂ ਤੁਹਾਨੂੰ ਜਿੱਦਾਂ ਦੱਸਿਆ ਪ੍ਰੋਟੈਸਟੈਂਟ ਆ ਗਏ, ਮੈਥੋਡਿਸਟ ਚਰਚ ਆ, ਉਹਦੇ ਵਿੱਚ ਸੈਲਵੇਸ਼ਨ ਆਰਮੀ ਚਰਚ ਹੈ, ਅਵੈਂਜਲਿਜ਼ਮ ਆ। ਇਸ ਤਰ੍ਹਾਂ ਇਹਦੀਆਂ ਅਲੱਗ-ਅਲੱਗ ਬ੍ਰਾਂਚਾਂ ਤੇ ਅਲੱਗ-ਅਲੱਗ ਤੁਹਾਨੂੰ ਮੈਂ ਦੱਸਿਆ ਵੀ ਇਹਨਾਂ ਦੇ ਪ੍ਰਿੰਸੀਪਲ ਨੇ, ਤੇ ਉਹਨਾਂ ਦੇ ਆਪਣੇ ਆਪਣੇ ਪ੍ਰਿੰਸੀਪਲ ਨੇ, ਉਸ ਤਰੀਕੇ ਦੇ ਨਾਲ ਚੱਲਦਾ ਆ। ਤੇ ਅਸੀਂ ਸਰਕਾਰ ਕੋ ਇਹ ਮੰਗ ਵੀ ਕਰਾਂਗੇ ਜਲਦੀ ਕਿ ਇੱਕ ਬੋਰਡ ਗਠਿਤ ਕੀਤਾ ਜਾਵੇ ਜਿਹਦੇ 'ਚ ਸਰਕਾਰ ਸਾਡੇ ਨਾਲ ਹੋਵੇ, ਤਾਂ ਕਿ ਹਰ ਇੱਕ ਸਿਸਟਮ ਇਸ ਤਰੀਕੇ ਨਾਲ ਚੱਲੇ ਵੀ ਪੰਜਾਬ ਦੇ ਵਿੱਚ ਕੋਈ ਵੀ ਨਫ਼ਰਤ ਨਾ ਫੈਲੇ, ਪੰਜਾਬ ਦੇ ਵਿੱਚ ਪਿਆਰ ਰਵੇ, ਏਕਤਾ ਰਵੇ, ਅਤੇ ਕਿਸੇ ਨੂੰ ਐ ਨਾ ਲੱਗੇ ਵੀ ਯਾਰ ਇਹ ਸਾਡੇ ਧਰਮ ਦੇ ਅਗੇਂਸਟ ਆ ਜਾਂ ਸਾਡੀ ਕਮਿਊਨਿਟੀ ਦੇ ਅਗੇਂਸਟ ਆ, ਜਦ ਕਿ ਨਾ ਤਾਂ ਕ੍ਰਿਸਚਨਾਂ ਦਾ ਇਹ ਕਦੀ ਮੋਟਿਵ ਰਿਹਾ ਤੇ ਨਾ ਹੀ ਇਹ ਅੱਗੇ ਹੋਣਾ। ਕਿਉਂਕਿ ਜੇ ਤੁਸੀਂ ਸਾਡੇ ਕਨਵੈਂਟ ਸਕੂਲ ਦੇਖੋ ਵੀ ਸਾਡੇ ਮਿਸ਼ਨਰੀਜ਼ ਨੇ ਵੈਰੀ ਫਸਟ ਡੇ, ਜਦੋਂ ਸਮਝ ਲਓ ਵੀ ਅਸੀਂ ਆਜ਼ਾਦੀ ਹਾਸਲ ਕੀਤੀ ਹੈ, ਵੈਰੀ ਫਸਟ ਡੇ ਉਹਨਾਂ ਨੇ ਇਹ ਚਾਹਿਆ ਵੀ ਸਾਡੀਆਂ ਸਟੇਟ ਦੀ ਡਿਵੈਲਪਮੈਂਟ ਹੋਵੇ, ਚਾਹੇ ਉਹ ਐਜੂਕੇਸ਼ਨ 'ਚ ਹੈ, ਚਾਹੇ ਹੈਲਥ ਕੇਅਰ ਦੇ ਵਿੱਚ ਆ, ਹਰ ਇੱਕ ਤਰ੍ਹਾਂ ਸੇਵਾਵਾਂ ਨਿਭਾਈਆਂ। ਤੇ ਜੇ ਸਾਡਾ ਇਸ ਗੱਲ ਵੱਲ ਧਿਆਨ ਹੋਵੇ ਵੀ ਅਸੀਂ ਨਫ਼ਰਤ ਫੈਲਾਣੀ ਹੈ, ਤਾਂ ਲੱਖਾਂ ਹੀ ਬੱਚੇ ਪੰਜਾਬ ਦੇ ਕਨਵੈਂਟ ਸਕੂਲਾਂ 'ਚੋਂ ਪੜ੍ਹ ਕੇ ਚੰਗੀਆਂ ਚੰਗੀਆਂ ਪੋਸਟਾਂ 'ਤੇ ਨੇ, ਬਾਹਰਲੇ ਫੋਰਨ ਕੰਟਰੀਜ਼ ਦੇ ਵਿੱਚ ਨੇ, ਸੈਟਲ ਨੇ, ਤੇ ਅੱਜ ਉਹ ਸਾਰੇ ਕ੍ਰਿਸਚਨ ਬਣ ਗਏ ਹੁੰਦੇ। ਇਹ ਜਿਹੜੀ ਸੋਚ ਹੈ, ਵਿਚਾਰਧਾਰਾ ਆ, ਇਹ ਗਲਤ ਪਾਸੇ ਲੈ ਕੇ ਜਾ ਰਹੀ ਹੈ, ਜਦ ਕਿ ਸਾਡੀ ਇੱਦਾਂ ਦੀ ਕੋਈ ਮਨਸ਼ਾ ਨਹੀਂ ਹੈ। ਨਾ ਹੀ ਪ੍ਰਭੂ ਯੀਸ਼ੂ ਮਸੀਹ ਨੇ ਕਦੇ ਕਿਹਾ ਕਿਸੇ ਨੂੰ ਕ੍ਰਿਸਚਨ ਬਣਨ ਲਈ। ਉਹ ਕਹਿੰਦੇ ਇੱਕ ਚੰਗੇ ਹਿਊਮਨ ਬਣੋ, ਚੰਗੇ ਇਨਸਾਨ ਬਣੋ, ਤਾਂ ਕਿ ਤੁਸੀਂ ਆਪਣੇ ਪੜੋਸੀ ਨੂੰ ਆਪਣੇ ਵਾਂਗ ਪਿਆਰ ਕਰੋ। ਤੁਸੀਂ ਨਾ ਕਿਸੇ ਨੂੰ ਅਮੀਰ ਤੇ ਨਾ ਕਿਸੇ ਨੂੰ ਗਰੀਬ, ਸਭ ਨੂੰ ਬਰਾਬਰਤਾ ਦੇ ਨਾਲ ਦੇਖੋ। ਇਹ ਪ੍ਰਭੂ ਯੀਸ਼ੂ ਮਸੀਹ ਦਾ ਕਹਿਣਾ ਸੀ। ਤੇ ਇੱਕ ਵੀ ਪ੍ਰਭੂ ਯੀਸ਼ੂ ਮਸੀਹ ਬਾਈਬਲ ਦੇ ਵਿੱਚ ਇੱਕ ਵੀ ਇੱਦਾਂ ਦਾ ਵਰਡ ਜਾਂ ਇੱਕ ਵੀ ਵਰਸ ਇੱਦਾਂ ਦਾ ਨਹੀਂ ਹੈਗਾ ਜਿੱਥੇ ਉਹਨਾਂ ਨੇ ਕਿਸੇ ਨੂੰ ਕ੍ਰਿਸਚਨ ਬਣਾਇਆ ਹੋਵੇ। ਇਹ ਕੀ ਗੱਲ ਹੈ? ਇਹ ਧਾਰਨਾ, ਵਿਚਾਰਧਾਰਾ ਅਲੱਗ ਤਰ੍ਹਾਂ ਦੀ ਚੱਲਦੀ ਹੈ। ਮੇਰੇ ਬਚਪਨ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਦੋਸਤ ਹੋਣਗੇ, ਉਸ ਚਾਈਲਡਹੁੱਡ ਦੇ ਅਲੱਗ, ਟੀਨਏਜ ਦੇ ਹੁਣ ਟੀਨਏਜ ਦੇ ਅਲੱਗ ਦੋਸਤ, ਹੁਣ ਦੇ ਅਲੱਗ। ਅੱਜ ਤੱਕ ਅਸੀਂ ਚਾਹੇ ਕ੍ਰਿਸਮਸ, ਈਦ, ਤੇ ਚਾਹੇ ਦੀਵਾਲੀ, ਤੇ ਚਾਹੇ ਗੁਰਪੁਰਬ ਸਾਰੇ ਇਕੱਠੇ ਮਨਾਉਂਦੇ ਰਹੇ ਹਾਂ। ਨਾ ਹੀ ਅਸੀਂ ਉਹਨਾਂ ਨੂੰ ਕਦੀ ਕਿਹਾ ਵੀ ਤੁਸੀਂ ਸਾਡੇ ਚਰਚ ਆਓ ਤੇ ਕ੍ਰਿਸਚਨ ਬਣ ਜਾਓ, ਤੇ ਨਾ ਹੀ ਉਹਨਾਂ ਨੇ ਕਦੀ ਸਾਨੂੰ ਕਿਹਾ ਵੀ ਤੁਸੀਂ ਗੁਰਦੁਆਰੇ, ਨਾ ਮੈਂ ਗੁਰਦੁਆਰੇ ਜਾ ਕੇ ਸਿੱਖ ਬਣਿਆ ਤੇ ਨਾ ਹੀ ਉਹ ਚਰਚ ਆ ਕੇ ਕਦੀ ਕ੍ਰਿਸਚਨ ਬਣੇ ਨੇ। ਇਹੀ ਮੇਰੇ ਹਿੰਦੂ ਭਰਾ ਨੇ, ਜੇ ਅਸੀਂ ਉਹਨਾਂ ਨਾਲ ਮੰਦਰ ਜਾਈਦਾ, ਨਾ ਉਹ ਕ੍ਰਿਸਚਨ ਤੇ ਨਾ ਅਸੀਂ ਹਿੰਦੂ। ਅਸੀਂ ਜਿਹੜੇ ਧਰਮ 'ਚ ਚੱਲ ਰਹੇ ਹਾਂ, ਜਿਹੜੀ ਪ੍ਰਿੰਸੀਪਲ 'ਤੇ ਚੱਲਦੇ ਹਾਂ, ਉੱਥੇ ਹੀ ਚੱਲ ਰਹੇ ਹਾਂ। ਇਹ ਪਤਾ ਨਹੀਂ ਕਿਹੜੀ ਰਾਜਨੀਤੀ ਆ ਜਿਹੜੀ ਇਸ ਤਰੀਕੇ ਦੇ ਨਾਲ ਲੈ ਕੇ ਜਾ ਰਹੀ, ਅਸੀਂ ਇਹਦੇ ਨਾਲ ਨਹੀਂ ਹੈਗੇ। ਸੋ ਬਿਲਕੁਲ ਸਹੀ ਗੱਲ ਹੈ, ਕਿਉਂਕਿ ਕਨਵੈਂਟ ਐਜੂਕੇਸ਼ਨ ਪੰਜਾਬ ਦੇ ਵਿੱਚ ਆਜ਼ਾਦੀ ਤੋਂ ਬਾਅਦ, ਹਾਲਾਂਕਿ ਗੋਰਿਆਂ ਦੇ ਟਾਈਮ ਦੇ ਵਿੱਚ ਵੀ ਜਿਹੜੇ ਕਨਵੈਂਟ ਸਕੂਲ ਹੁੰਦੇ ਸੀਗੇ, ਲੇਕਿਨ ਅਸੀਂ ਵੀ ਆਪਣੇ ਸਮੇਂ ਦੇ ਵਿੱਚ ਵੇਖਿਆ ਕਿ ਜਿਹੜੇ ਮਿਸ਼ਨਰੀਜ਼ ਦੇ ਕਨਵੈਂਟ ਸਕੂਲ ਨੇ, ਉਹਨਾਂ ਦੇ ਵਿੱਚ ਜਿਹੜੀ ਹਰ ਪੇਰੈਂਟ ਆਪਣਾ ਪ੍ਰਾਊਡਲੀ ਉੱਥੇ ਐਡਮਿਸ਼ਨ ਕਰਵਾਉਂਦਾ ਸੀ ਬੱਚਿਆਂ ਦੀ। ਲੇਕਿਨ ਮੌਜੂਦਾ ਹਾਲਾਤ ਕੁਝ ਅਲੱਗ ਰਿਫਲੈਕਟ ਹੋ ਰਹੇ ਨੇ, ਅਲੱਗ ਸੰਦੇਸ਼ ਦੇ ਰਹੇ ਨੇ। ਹਾਲਾਂਕਿ ਜਿਵੇਂ ਦੁਆ ਸਾਹਿਬ ਨੇ ਕਿਹਾ ਕਿ ਰਾਜਨੀਤੀ ਬਹੁਤ ਅਗਰੈਸਿਵ ਵੇ ਦੇ ਨਾਲ ਫੈਲ ਰਹੀ ਹੈ, ਔਰ ਇਹਨਾਂ ਦੇ ਪਿੱਛੇ ਕੁਝ ਰਾਜਨੀਤੀ ਚੱਲ ਰਹੀ ਹੈਗੀ ਆ, ਜਿਹੜੇ ਔਨਗੋਇੰਗ ਅਸੀਂ ਇਸ਼ੂਜ਼ ਜਿਹੜੇ ਦੇਖ ਰਹੇ ਹਾਂ। ਲੇਕਿਨ ਇੱਥੇ ਇੱਕ ਚੀਜ਼ ਹੋਰ ਮੈਂ ਤੁਹਾਡੇ ਨਾਲ ਡਿਸਕਸ ਕਰਨੀ ਚਾਹਾਂਗਾ ਕਿ ਅਗਰ ਧਰਮ ਦੀ ਗੱਲ ਕੀਤੀ ਜਾਵੇ, ਧਰਮ ਕਿਸੇ ਨੂੰ ਤੋੜਨਾ ਨਹੀਂ ਸਿਖਾਉਂਦਾ। ਧਰਮ ਤਾਂ ਇੱਕ ਦੂਸਰੇ ਦੀ ਰਿਸਪੈਕਟ, ਇਨਸਾਨੀਅਤ ਦੀ ਰਿਸਪੈਕਟ ਔਰ ਨੇਚਰ ਨੂੰ ਮੰਨਣ ਦਾ ਜਿਹੜਾ ਫਰਮਾਨ ਹੈ ਧਰਮ, ਲਾਈਫ ਦਾ ਡਿਸਿਪਲਿਨ ਹੈ ਧਰਮ, ਨਾ ਕਿ ਕਿਤੇ ਪੂਜਾ ਕਰਨਾ ਜਾਂ ਕੁਝ ਹੋਰ ਆਪਾਂ ਜਾ ਕੇ ਜਿਸ ਤਰ੍ਹਾਂ ਧਾਰਮਿਕ ਉਤਸਵ ਮਨਾਉਂਦੇ ਹਾਂ। ਧਰਮ ਦਾ ਮਕਸਦ ਸਿਰਫ ਇਹ ਹੈ ਕਿ ਆਪਣੀ ਜ਼ਿੰਦਗੀ ਨੂੰ ਸਹੀ ਤਰੀਕੇ ਦੇ ਨਾਲ ਜੀਣਾ, ਡਿਸਪਲਿਨਡ ਲਾਈਫ ਜੀਣੀ ਹੈ। ਅਗਰ ਜ਼ਿਆਦਾ ਡੈਪਥ ਦੇ ਵਿੱਚ ਜਾਵਾਂਗੇ ਤਾਂ ਮੈਂ ਅੱਜ 2022 ਦੇ ਵਿੱਚ ਅਸੀਂ ਇੰਟਰਵਿਊ ਕਰ ਰਹੇ ਹਾਂ, ਅਗਰ ਥੋੜ੍ਹਾ ਜਿਹਾ ਪਿੱਛੇ ਜਾਵਾਂਗੇ, 500 ਸਾਲ ਪਿੱਛੇ ਜਾਵਾਂਗੇ ਤਾਂ ਸਿੱਖੀਜ਼ਮ ਆਇਆ, ਔਰ ਉਸ ਤੋਂ ਥੋੜ੍ਹਾ ਜਿਹਾ ਪਿੱਛੇ ਜਾਵਾਂਗੇ, 2022 ਦੀ ਮੈਂ ਗੱਲ ਕੀਤੀ ਹੈ, 2022 ਸਾਲ ਪਹਿਲਾਂ ਗੋਡ ਜੀਸਸ, ਪ੍ਰਭੂ ਯੀਸ਼ੂ ਮਸੀਹ ਨੇ ਅਵਤਾਰ ਲਿਆ। ਔਰ ਉਸ ਤੋਂ ਥੋੜ੍ਹਾ ਜਿਹਾ ਪਿੱਛੇ ਜਾਵਾਂਗੇ, 2000 ਪਹਿਲਾਂ ਪ੍ਰਭੂ ਯੀਸ਼ੂ ਮਸੀਹ ਆਏ, ਅਤੇ ਉਸ ਤੋਂ ਪਿੱਛੇ ਜੇ ਜਾਂਦੇ ਹਾਂ 5000 ਸਾਲ ਪਹਿਲਾਂ ਕਿਹਾ ਜਾਂਦਾ ਹੈ ਕਿ ਮਹਾਭਾਰਤ ਹੋਈ। ਅਗਰ ਉਸ ਤੋਂ ਥੋੜ੍ਹਾ ਜਿਹਾ ਪਿੱਛੇ ਜਾਂਦੇ ਹਾਂ
ਤਾਂ 10,000 ਸਾਲ ਪਹਿਲਾਂ ਕਿਹਾ ਜਾਂਦਾ ਹੈ ਕਿ ਰਮਾਇਣ ਹੋਈ ਆ। ਅਗਰ ਉਸ ਤੋਂ ਵੀ ਥੋੜ੍ਹਾ ਜਿਹਾ ਪਿੱਛੇ ਜਾਈਏ ਤਾਂ 25,000 ਸਾਲ ਪਹਿਲਾਂ ਕਹਿੰਦੇ ਸ਼ਿਵ ਪੁਰਾਣ, ਸ਼ਿਵ ਭੋਲੇਨਾਥ ਦਾ ਅਵਤਾਰ ਹੋਇਆ। ਜਾਂ ਉਸ ਤੋਂ ਵੀ ਪਿੱਛੇ ਜਾਈਏ, ਇਹਦਾ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ, ਕਿਉਂਕਿ ਉਸ ਤੋਂ ਪੁਰਾਣੇ, ਸਭ ਤੋਂ ਪੁਰਾਣੇ ਜਿਹੜੇ ਗ੍ਰੰਥ ਨੇ, ਧਾਰਮਿਕ ਗ੍ਰੰਥ ਨੇ, ਵੇਦ ਪੁਰਾਣ ਮੰਨੇ ਜਾਂਦੇ ਆ, ਅਤੇ ਉਹਨਾਂ ਦੀ ਜਿਹੜੀ ਉਮਰ ਦੱਸੀ ਜਾ ਰਹੀ ਆ ਉਹ ਲੱਖਾਂ ਸਾਲ ਦੀ ਦੱਸੀ ਜਾ ਰਹੀ ਆ। ਔਰ ਸਭ ਤੋਂ ਪੁਰਾਤਨ ਜਿਹੜੇ ਧਾਰਮਿਕ ਗ੍ਰੰਥ ਨੇ ਉਹ ਵੇਦ ਪੁਰਾਣ ਹੀ ਨੇ। ਉਹਨਾਂ ਤੋਂ ਹੀ ਸੇਧ ਲੈ ਕੇ ਅੱਗੇ ਸਾਰੇ ਧਰਮਾਂ ਦੇ ਵਿੱਚ ਕੁਛ ਨਾ ਕੁਛ ਨਵੀਆਂ ਚੀਜ਼ਾਂ ਸਾਨੂੰ ਵੇਖਣ ਨੂੰ ਮਿਲੀਆਂ। ਹਾਲਾਂਕਿ ਸਾਰੀਆਂ ਚੀਜ਼ਾਂ ਸਾਇੰਟੀਫਿਕਲੀ ਅਪਰੂਵਡ ਮੈਥਡ ਨੇ। ਖਾਸ ਕਰ ਸਨਾਤਨ ਦੇ ਵਿੱਚ ਗੱਲ ਕੀਤੀ ਜਾਵੇ, ਜਿੰਨੇ ਵੀ ਸਾਡੇ ਰਿਚੁਅਲਸ ਨੇ, ਕਸਟਮਸ ਨੇ, ਸਾਰੇ ਸਾਇੰਟੀਫਿਕਲੀ ਅਪਰੂਵਡ ਮੈਥਡ ਨੇ ਫॉर ਬੈਟਰ ਲਿਵਿੰਗ। ਦੂਆ ਸਾਹਿਬ, ਗੱਲ ਆਪਾਂ ਮੌਜੂਦਾ ਸਮੇਂ ਦੀ ਗੱਲ ਕਰਦੇ ਹਾਂ ਵੀ ਇੰਨੇ ਚੇਂਜਸ ਆਉਣ ਤੋਂ ਬਾਅਦ ਜਿਹੜੇ ਅੱਜ ਹਾਲਾਤ ਨਜ਼ਰ ਆ ਰਹੇ ਨੇ, ਕੀ ਲੱਗਦਾ ਨਹੀਂ ਹੈ ਵਾਕਈ ਯਾਰ ਮਤਲਬ ਧਰਮ, ਅਸੀਂ ਕੋਈ ਵਿਰੋਧ ਵਾਲੀ ਗੱਲ ਨਹੀਂ ਕਰਦੇ ਆ, ਸਾਡਾ ਵੀ ਸਿਰ ਝੁਕਦਾ ਵਾ, ਅਸੀਂ ਵੀ ਸਜਦਾ ਕਰਦੇ ਹਾਂ ਚਰਚ ਦੇ ਵਿੱਚ ਜਾ ਕੇ, ਔਰ ਸਾਡੇ ਲਈ ਵੀ ਉਨਾ ਕੁ ਹੀ ਅਹਿਮੀਅਤ ਹੈ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਕੋਈ ਗੱਲ ਹੈਗੀ ਆ, ਸਾਡੇ ਅੰਦਰ ਵੀ, ਆਤਮਾ ਦੇ ਵਿੱਚ ਵੀ ਵੱਸਦੇ ਆ ਪ੍ਰਭੂ ਯਿਸੂ ਮਸੀਹ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਬੇਸ਼ੱਕ ਅਸੀਂ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਹਾਂ, ਪਰ ਜਿਹੜੀਆਂ ਇਹ ਚੀਜ਼ਾਂ ਨਜ਼ਰ ਆ ਰਹੀਆਂ ਨੇ, ਜਿਵੇਂ ਇੱਕ ਨਵਾਂ ਸੀਨ ਦੇਖਣ ਨੂੰ ਮਿਲ ਰਿਹਾ, ਲੋਕ ਗਿਰਦੇ ਆ, ਉੱਠਦੇ ਆ, ਕਿ ਇੱਕ ਤੁਸੀਂ ਜਿੱਥੇ ਇਹ ਕਹਿ ਰਹੇ ਹੋ ਕਿ ਯਾਰ ਅਸੀਂ ਤਾਂ ਮੂਨ 'ਤੇ ਜਾ ਰਹੇ ਹਾਂ, ਅਸੀਂ ਮੰਗਲ 'ਤੇ ਜਾ ਰਹੇ ਹਾਂ, ਇਹ ਚੀਜ਼ਾਂ 'ਤੇ ਕਿੰਨਾ ਕੁ ਲੋਕ ਬਿਲੀਵ ਕਰਨਗੇ? ਗੱਲ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਤੁਸੀਂ ਜਿਹੜੀ ਗੱਲ ਕਹੀ ਵੀ ਧਰਮਾਂ ਦੀ ਸਾਰੇ ਇੱਕ ਇੱਜ਼ਤ ਕਰਦੇ ਨੇ, ਇਹਦੇ ਵਿੱਚ ਚਾਹੇ ਸਾਡੇ ਲੇਖਕ ਆ ਜਾਣ, ਕਵੀ ਆ ਜਾਣ, ਤੇ ਚਾਹੇ ਸਾਡੇ ਸਿੰਗਰ ਨੇ, ਉਹਨਾਂ ਨੇ ਹਮੇਸ਼ਾ ਹੀ ਇਹ ਗੱਲ ਕਹੀ ਵੀ ਸਭ ਬਰਾਬਰੀ ਆ, ਵੀ ਕਿਸੇ ਦੇ ਵਿੱਚ ਵੈਰ ਵਿਰੋਧ ਨਹੀਂ ਹੈਗਾ। ਹੁਣ ਆ ਜਿਹੜਾ ਤੁਸੀਂ ਕਹਿ ਰਹੇ ਸਿਸਟਮ ਵੀ ਚੰਦ ਦੇ ਉੱਤੇ ਚੜ੍ਹ ਗਏ ਜਾਂ ਕਿੱਦਾਂ ਹੋ ਗਿਆ, ਚੰਦ ਤੱਕ ਪਹੁੰਚ ਗਏ ਅਸੀਂ, ਇਨਸਾਨ ਦਾ ਮਨ ਬੜਾ ਚੰਚਲ ਰਿਹਾ ਹੈ ਜੀ। ਜਿਹੜੀ ਤੁਸੀਂ ਗੱਲ ਕਹੀ ਹਿਸਟਰੀ ਦੇ ਵਿੱਚੋਂ ਗੱਲ ਕਹੀ ਹੈ ਵੀ 2022 ਸਾਲ ਪਹਿਲਾਂ ਜੀਸਸ ਆਏ, ਉਦੋਂ ਪਹਿਲਾਂ ਮਹਾਭਾਰਤ, ਉਦੋਂ ਪਹਿਲਾਂ ਰਾਮਾਇਣ, ਇਹ ਕੋਈ ਸ਼ੱਕ ਨਹੀਂ ਹੈ। ਜਿੱਦਾਂ ਜਿੱਦਾਂ ਵੇਦ ਪੁਰਾਣ ਲਿਖੇ ਗਏ ਉੱਦਾਂ ਉੱਦਾਂ ਹੀ ਸਾਰੀਆਂ ਚੀਜ਼ਾਂ ਚੱਲਦੀਆਂ ਰਹੀਆਂ ਹਨ। ਹੁਣ ਜਿਹੜਾ ਸਿਸਟਮ ਅਸੀਂ ਕਹਿ ਰਹੇ ਹਾਂ, ਪਹਿਲਾਂ ਚਰਚ ਚੱਲ ਰਿਹਾ ਸੀ ਇੱਥੇ, ਕੈਥੋਲਿਕ ਚਰਚ, CNI ਚਰਚ, ਪ੍ਰੋਟੈਸਟੈਂਟ ਚਰਚ। ਉਸ ਤੋਂ ਬਾਅਦ ਦੂਸਰੇ ਚਰਚ ਇੱਥੇ ਆਏ, ਬੈਪਟਿਸਟ ਚਰਚ, ਪੈਂਟੀਕੋਸਟਲ ਚਰਚ। ਉਹਨਾਂ ਦਾ ਪ੍ਰਚਾਰ ਕਰਨ ਦਾ ਤਰੀਕਾ ਅਲੱਗ ਹੈ। ਉਹ ਪ੍ਰਚਾਰ ਨੂੰ ਦੇਖਦੇ ਹੋਏ ਉਹਨਾਂ ਦੇ ਨਾਲ ਲੋਕ ਜੁੜਦੇ ਨੇ, ਉਹਨਾਂ ਦਾ ਧਰਮ ਨਹੀਂ ਪਰਿਵਰਤਨ ਹੁੰਦਾ। ਜੇ ਤੁਸੀਂ ਅੱਜ ਸੈਂਸੈਕਸ ਚੱਕ ਲਓ, ਜਨਗਣਨਾ ਫੋਲੋ, ਤਾਂ ਤੁਸੀਂ ਕਿਤੇ ਨਹੀਂ ਦੇਖੋਗੇ, ਤੁਸੀਂ ਦੇਖੋਗੇ ਵੀ ਜਿੰਨੇ ਕ੍ਰਿਸਚਨ ਸੀਗੇ ਉਹ ਗਿਣਤੀ 'ਚ ਘਟੇ ਆ, ਵਧੇ ਨਹੀਂ। ਇਹ ਜਿਹੜੀ ਗੱਲ ਅਸੀਂ ਕਹਿ ਰਹੇ ਹਾਂ, ਇਹ ਮਨ ਪਰਿਵਰਤਨ ਅਤੇ ਮਨ ਸ਼ਾਂਤੀ ਦੀ ਗੱਲ ਹੈ। ਉਹ ਇਸ ਤਰ੍ਹਾਂ ਨਾਲ ਵੱਡਾ ਸਮਾਗਮ ਕਰਦੇ, ਜਿਨ੍ਹਾਂ ਨੂੰ ਅਸੀਂ ਲਾ ਲਈਏ ਵੀ ਇੱਕ ਦੀਵਾਨ ਟਾਈਪ ਵੱਡੀ ਕਨਵੈਨਸ਼ਨ। ਉਹ ਵੱਡੀ ਕਨਵੈਨਸ਼ਨ ਸਜਾਉਂਦੇ ਆ ਜਿਹੜੀਆਂ ਪਹਿਲਾਂ ਨਹੀਂ ਸਜਾਈਆਂ ਜਾਂਦੀਆਂ ਸੀ। ਉਹ ਜਦੋਂ ਕਨਵੈਨਸ਼ਨ ਸਜਾਈ ਜਾਂਦੀ ਹੈ ਤਾਂ ਉਹਦੇ ਵਿੱਚ ਪੋਸਟਰ ਲੱਗਦੇ ਆ। ਤੁਸੀਂ ਜਦੋਂ ਸੜਕਾਂ 'ਤੇ ਨਿਕਲਦੇ ਹੋ, ਆਮ ਵੱਡੇ ਵੱਡੇ ਪੋਸਟਰ ਲੱਗੇ ਹੁੰਦੇ ਆ, ਪੰਪਲੇਟ ਲੱਗੇ ਹੁੰਦੇ ਆ, ਬੈਨਰ ਲੱਗੇ ਹੁੰਦੇ ਆ। ਲੋਕ ਉਹਨਾਂ ਵੱਲ ਇੰਪ੍ਰੈਸ ਹੋ ਕੇ ਜਿੱਥੇ ਦਾ ਪੁਆਇੰਟ ਦਿੱਤਾ ਹੁੰਦਾ ਉੱਥੇ ਪਹੁੰਚਦੇ ਆ। ਕਿਤੇ ਨਾ ਕਿਤੇ ਇਹਦੇ ਵਿੱਚ ਮੀਡੀਆ ਦਾ ਸਹਿਯੋਗ ਆ, ਸੋਸ਼ਲ ਮੀਡੀਆ ਦਾ ਆ। ਅਤੇ ਹਰ ਕੋਈ ਲੋਕ, ਮੈਂ ਤੁਹਾਨੂੰ ਦੱਸਿਆ ਵੀ ਪਹਿਲਾਂ ਹੀ ਗ੍ਰਸਤ ਹੈ ਡਿਪਰੈਸ਼ਨ ਦੇ ਨਾਲ, ਅਨਇੰਪਲੋਇਮੈਂਟ ਦੇ ਨਾਲ, ਆਪਣੀ ਫੈਮਿਲੀ ਦੀ ਸੈਟਿੰਗ ਦੇ ਨਾਲ। ਜਿੱਥੇ ਵਕਤ ਮਹਿੰਗਾਈ ਦੇ ਦੌਰ 'ਚ ਚੱਲ ਰਿਹਾ ਸੀ, ਇੱਕਦਮ 2 ਸਾਲ ਆਹ ਕਰੋਨਾ ਦੀ ਮਾਰ ਰਹੀ ਹੈ, ਅਤੇ ਲੋਕ ਕਿਤੇ ਨਾ ਕਿਤੇ ਰਿਲੀਫ ਅਤੇ ਸ਼ਾਂਤੀ ਲੈਣ ਦੇ ਲਈ ਉੱਥੇ ਜਾਂਦੇ ਨੇ। ਤੁਸੀਂ ਡਿੱਗਣ ਦੀ ਗੱਲ ਕੀਤੀ ਹੈ ਵੀ ਇਨਸਾਨ ਇੰਨਾ ਕਈ ਵਾਰੀ ਮਗਧ ਹੋ ਜਾਂਦਾ ਅਤੇ ਉਹ ਅਨਕੌਂਸ਼ੀਅਸ ਹੋ ਕੇ ਗਿਰਦਾ ਆ। ਜਿਹੜਾ ਇਨਸਾਨ ਕੌਂਸ਼ੀਅਸ ਹੋਏਗਾ, ਨਾ ਉਹ ਗਿਰੇਗਾ ਕਿਤੇ ਅਤੇ ਨਾ ਹੀ ਉਹ ਕਿਤੇ ਜਾਏਗਾ। ਅੱਜ ਮੈਂ ਆਪਣੇ ਇਹਨਾਂ ਭੈਣਾਂ ਭਰਾਵਾਂ ਨੂੰ ਜਿਨ੍ਹਾਂ ਦੀ ਤੁਸੀਂ ਡਿੱਗਣ ਅਤੇ ਉੱਠਣ ਦੀ ਗੱਲ ਕਰਦੇ ਆ, ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਨੀ ਚਾਹੁੰਦਾ ਕਿ ਉਹ ਲੋਕ ਸੰਭਲਣ। ਅਤੇ ਜਿਹੜੇ ਹਾਲਾਤ ਫੈਮਿਲੀ 'ਚ ਚੱਲ ਰਹੇ ਨੇ, ਪਰਿਵਾਰ 'ਚ ਚੱਲ ਰਹੇ ਨੇ, ਸਮਾਜ ਦੇ ਵਿੱਚ ਚੱਲ ਰਹੇ ਨੇ, ਉਹਨਾਂ ਦਾ ਮੁਕਾਬਲਾ ਕਰਨ ਲਈ ਹੌਸਲਾ ਬੁਲੰਦ ਹੋਵੇ ਉਹਨਾਂ ਦਾ। ਉਹ ਆਪਣੇ ਆਪ ਨੂੰ ਇੰਟਰਨਲ ਸਟਰੈਂਥ ਕ੍ਰੀਏਟ ਕਰਨ, ਜਿਹਦੇ ਨਾਲ ਉਹ ਇਹ ਗੱਲਾਂ ਦੇ ਦੂਰ ਰਹਿਣ, ਤਾਂ ਕਿ ਜਿਹੜੀ ਨਫ਼ਰਤ ਜਾਂ ਜਿਹੜਾ ਫਿਰਕਾ ਇਸ ਟਾਈਮ ਪੰਜਾਬ ਦੇ ਵਿੱਚ ਚੱਲ ਰਿਹਾ, ਉਹਦੇ ਤੋਂ ਸਾਡਾ ਬਚਾਵ ਰਵੇ। ਕਿਉਂਕਿ ਨਫ਼ਰਤ ਜੇ ਵੱਧਦੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਸਾਡਾ ਇਹੀ ਮੇਨ ਫਰਜ਼ ਹੈ ਕਿ ਸਾਰੇ ਆਪਸ 'ਚ ਇੱਕ ਹੋਣ ਅਤੇ ਸਾਂਝ ਦੇ ਨਾਲ ਚੱਲਣ। ਅਤੇ ਇਹਦੇ ਵਿੱਚ ਜੇ ਕੁਛ ਕਿਸੇ ਨੂੰ ਉਲਟਾ ਲੱਗਦਾ ਤਾਂ ਇਹਦੇ 'ਚ ਸਰਕਾਰਾਂ ਦੀ ਭੂਮਿਕਾ ਬਹੁਤ ਢਿੱਲੀ ਹੈ। ਸਰਕਾਰਾਂ ਨੂੰ ਚਾਹੀਦਾ ਇਹਦੇ ਵਿੱਚ ਇੰਟਰਵੀਨ ਕਰਨ, ਤਾਂ ਕਿ ਜੇ ਕੋਈ ਗਲਤ ਰਾਹ ਨੂੰ ਚੱਲ ਰਿਹਾ ਜਾਂ ਜੇ ਸੇਧ ਤੋਂ ਭਟਕਿਆ ਹੋਇਆ, ਉਹਨੂੰ ਸੇਧ 'ਤੇ ਲਿਆ ਜਾ ਸਕੇ। ਬਿਲਕੁਲ ਸਹੀ ਕਿਹਾ ਦੂਆ ਸਾਹਿਬ। ਸਰਕਾਰਾਂ ਨੂੰ
ਵੇਖਣਾ ਚਾਹੀਦਾ ਕਿ ਮੌਜੂਦਾ ਹਾਲਾਤ ਕੀ ਨੇ ਔਰ ਉਹਨਾਂ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਅਸੀਂ ਕਿਸ ਯੁੱਗ ਦੇ ਵਿੱਚ ਹੈਗੇ ਆ। ਹਾਲਾਂਕਿ ਅੱਜ ਦੇ ਟਾਈਮ ਦੇ ਵਿੱਚ ਵਹਿਮਾਂ ਭਰਮਾਂ ਦੇ ਵਿੱਚ ਪੈਣ ਦੀ ਜ਼ਰੂਰਤ ਨਹੀਂ, ਕਿਉਂਕਿ ਆਉਣ ਵਾਲਾ ਟਾਈਮ ਹੋਰ ਵੀ ਫਾਸਟ ਹੈ। ਕਿਸੇ ਵੇਲੇ ਅਸੀਂ ਜਦੋਂ ਲੈਂਡਲਾਈਨ ਚਾਹੀਦਾ ਹੁੰਦਾ ਸੀ, ਫੋਨ ਚਾਹੀਦਾ ਹੁੰਦਾ ਸੀ, ਤਾਂ 5-5 ਸਾਲ ਵੇਟ ਕਰਨੀ ਪੈਂਦੀ ਸੀ ਵੀ ਲੈਂਡਲਾਈਨ ਫੋਨ ਲੱਗੂਗਾ। ਉਸ ਸਮੇਂ ਦੌਰਾਨ ਜਿਹੜੇ ਫੋਨ ਵੀ ਹੁੰਦੇ ਸੀਗੇ ਨਾ, ਅਗਰ ਮੁਹੱਲੇ ਦੀ ਗੱਲ ਕੀਤੀ ਜਾਵੇ ਤਾਂ ਇੱਕ ਘਰ ਦੇ ਵਿੱਚ ਫੋਨ ਹੁੰਦਾ ਸੀਗਾ ਤਾਂ 4 ਘਰ ਉਹਦੇ 'ਤੇ ਡਿਪੈਂਡ ਕਰਦੇ ਹੁੰਦੇ ਸੀਗੇ। ਇਸੇ ਤਰ੍ਹਾਂ ਟੀਵੀ ਦੀ ਜਿਹੜੀ 80 ਦੇ ਦਸ਼ਕ ਦੇ ਵਿੱਚ ਟੀਵੀ ਦਾ ਆਉਣਾ ਹੋਇਆ ਔਰ ਟੈਲੀਵਿਜ਼ਨ ਹੈ ਜਿਹੜਾ ਬਲੈਕ ਐਂਡ ਵਾਈਟ ਆਇਆ, ਦੈਨ ਕਲਰਡ ਆਇਆ। ਫਿਰ ਉਸ ਤੋਂ ਬਾਅਦ ਟੈਕਨੋਲੋਜੀ ਅਪਗ੍ਰੇਡ ਹੋਈ, ਪੇਜ਼ਰ ਆਏ ਔਰ ਪੇਜ਼ਰ ਤੋਂ ਬਾਅਦ ਮੋਬਾਈਲ ਆਇਆ। ਜਿਸ ਤਰ੍ਹਾਂ ਕਿਸੇ ਵੇਲੇ ਸੋਚ ਰਹੇ ਸੀਗੇ ਕਿ ਬੋਲਣ ਵਾਲੇ ਮੋਬਾਈਲ ਆ ਜਾਣਗੇ, ਬੜਾ ਸਰਪ੍ਰਾਈਜ਼ ਹੁੰਦਾ ਸੀਗਾ ਕਿ ਯਾਰ ਫੋਟੋ ਕਿਸ ਤਰ੍ਹਾਂ ਆ ਜਾਏਗੀ। ਲੇਕਿਨ ਅੱਜ ਦੇ ਟਾਈਮ ਦੇ ਵਿੱਚ 2022 ਦੇ ਵਿੱਚ ਗੱਲਾਂ ਚੱਲ ਰਹੀਆਂ ਨੇ। ਲੇਟੈਸਟ ਇੱਕ ਅਪਡੇਟ ਦੇ ਦਿੰਦਾ ਕਿ ਜਾਪਾਨ ਤਿਆਰੀ ਕਰ ਰਿਹਾ ਕਿ ਮੂਨ ਤੱਕ ਟ੍ਰੇਨ ਚਲਾਉਣੀ ਹੈ। ਤੁਹਾਨੂੰ ਸ਼ਾਇਦ ਮਜ਼ਾਕ ਲੱਗ ਰਿਹਾ ਹੋਊਗਾ, ਪਰ ਆਉਣ ਵਾਲੇ ਟਾਈਮ ਦੇ ਵਿੱਚ ਇਹ ਚੀਜ਼ ਹੋਣ ਵਾਲੀ ਹੈ। ਇੱਕ ਚੀਜ਼ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ ਕਿ ਆਉਣ ਵਾਲੀਆਂ ਜਨਰੇਸ਼ਨਾਂ ਸਾਨੂੰ ਕਹਿਣਗੀਆਂ ਕਿ ਸਾਡੇ ਬਜ਼ੁਰਗ ਕਿੰਨੇ ਬੈਕਵਰਡ ਹੁੰਦੇ ਸੀਗੇ ਕਿ ਇੱਕ ਫਾਟਕ 'ਤੇ ਖੜੇ ਰਹਿੰਦੇ ਸੀ 2-2 ਘੰਟੇ। ਜਦੋਂ ਟ੍ਰੇਨ ਨਿਕਲਦੀ ਹੈ ਤਾਂ ਫਾਟਕ ਲੱਗੇ ਹੁੰਦੇ ਸੀ। ਬੇਸ਼ੱਕ ਅੱਜ ਕਾਫੀ ਬ੍ਰਿਜਸ ਬਣ ਚੁੱਕੇ ਨੇ। ਆਉਣ ਵਾਲੀਆਂ ਜਨਰੇਸ਼ਨਾਂ ਜ਼ਰੂਰ ਕਹਿਣਗੀਆਂ ਕਿ ਸਾਡੇ ਜਿਹੜੇ ਬਜ਼ੁਰਗ ਸੀਗੇ ਬੜੇ ਬੈਕਵਰਡ ਹੁੰਦੇ ਸੀ, 2-2 ਘੰਟੇ ਵੇਸਟ ਕਰ ਦਿੰਦੇ ਸੀ ਤੇ ਅਸੀਂ 2 ਘੰਟੇ 'ਚ ਮੂਨ ਤੋਂ ਲੰਚ ਕਰਕੇ ਵਾਪਸ ਆ ਜਾਂਦੇ ਹਾਂ। ਸੋ ਸਪੀਡ ਜਿਹੜੀ ਸਾਇੰਟਿਸਟ ਇਸ ਵੇਲੇ ਰਿਸਰਚ ਕਰ ਰਹੇ ਨੇ, ਸਪੀਡ ਦੀ ਰਿਸਰਚ ਹੋ ਰਹੀ ਹੈ। ਅਗਰ ਆਪਾਂ ਕਰੰਟ ਸਿਚੁਏਸ਼ਨ ਦੀ ਗੱਲ ਕਰਾਂਗੇ ਤਾਂ ਬੁਲਟ ਟ੍ਰੇਨ ਨੂੰ ਕਹਿ ਲਓ ਤੁਸੀਂ, ਜਾਂ ਐਰੋਪਲੇਨ ਨੂੰ ਕਹਿ ਲਓ, ਬਾਹਲੀ ਗੱਲ ਹੈ, ਸੈਟੇਲਾਈਟ ਨੂੰ ਕਹਿ ਲਓ, ਜਿਹੜੇ 24 ਘੰਟੇ ਘੁੰਮਦੇ ਰਹਿੰਦੇ ਨੇ ਧਰਤੀ 'ਤੇ ਆਲੇ ਦੁਆਲੇ। ਲੇਕਿਨ ਸਪੀਡ 'ਤੇ ਰਿਸਰਚ ਚੱਲ ਰਹੀ ਹੈ ਕਿ ਅੱਖ ਝਪਕਦੇ ਹੀ, ਲਾਈਟ ਬੰਦ ਹੁੰਦੇ ਸਾਰੀ ਤੁਸੀਂ ਦੂਸਰੀ ਦੁਨੀਆ ਦੇ ਵਿੱਚ ਪਹੁੰਚ ਜਾਵੋ। ਦੂਸਰੀ ਦੁਨੀਆ ਦਾ ਮਤਲਬ ਦੂਸਰੇ ਪਲੈਨਟ 'ਤੇ। ਸੋ ਅੱਜ ਦੇ ਟਾਈਮ ਦੇ ਵਿੱਚ, ਅੱਜ ਦੇ ਯੁੱਗ ਦੇ ਵਿੱਚ ਜਿਹੜੀਆਂ ਰਿਸਰਚਾਂ ਚੱਲ ਰਹੀਆਂ ਉਹ ਸਪੀਡ ਬੇਸਡ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਪਲਕ ਝਪਕਦੇ ਯੂਨੀਵਰਸ, ਜੋ ਕਿ ਕੁਦਰਤ ਨੇ ਬ੍ਰਹਮੰਡ ਇੱਕ ਰਚਿਆ ਵਾ, ਉਸ ਨੂੰ ਘੁੰਮ ਸਕੀਏ, ਜਦ ਕਿ ਹਾਲੇ ਤੱਕ ਸਾਡਾ ਦਾਇਰਾ ਸਿਰਫ ਧਰਤੀ ਤੱਕ ਹੀ ਸੀਮਤ ਹੈ। ਔਰ ਤੁਸੀਂ ਵੇਖ ਵੀ ਸਕਦੇ ਹੋ ਨਾਸਾ ਵਰਗੇ ਕਈ ਇੱਦਾਂ ਦੇ ਅਦਾਰੇ ਨੇ ਜਿਹੜੇ ਕਿ ਇਹਨਾਂ ਪ੍ਰੋਜੈਕਟਸ ਦੇ ਉੱਤੇ ਲੱਗੇ ਹੋਏ ਨੇ। ਫਾਈਨਲ ਵਰਜਨ ਲੈਣ ਲਈ ਦੂਆ ਸਾਹਿਬ ਕੋਲ ਫੇਰ ਚੱਲਦੇ ਹਾਂ। ਸਰ, ਫਿਰ ਕੀ ਮੈਸੇਜ ਦੇਣਾ ਚਾਹੋਗੇ ਅਜਿਹੇ ਲੋਕਾਂ ਨੂੰ ਜਿਹੜੇ ਗੁੰਮਰਾਹ ਹੋ ਰਹੇ ਨੇ, ਜਾਂ ਉਹ ਆਪਣੇ ਡਿਪਰੈਸ਼ਨ 'ਚ, ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਉਹ ਸਟ੍ਰੈਸ ਦੇ ਵਿੱਚ ਕਿਸੇ ਦੀ ਗੱਲਬਾਤ ਦੇ ਵਿੱਚ ਆ ਕੇ ਇਸ ਤਰ੍ਹਾਂ ਦਾ ਕਰਨ ਲਈ ਮਜਬੂਰ ਹੋ ਰਹੇ ਨੇ, ਇਹ ਐਕਚੁਅਲ ਦੇ ਵਿੱਚ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਮੇਰਾ ਤਾਂ ਇਹ ਸੰਦੇਸ਼ ਹੈ ਜੀ, ਵੀ ਜਿਵੇਂ ਮੈਂ ਪਹਿਲਾਂ ਦੱਸਿਆ, ਆਪਣੀ ਪਹਿਲਾਂ ਵੀ ਗੱਲ ਹੋਈ ਕਿ ਸਤਸੰਗ, ਪ੍ਰੇਰ, ਨਮਾਜ਼, ਅਰਦਾਸ ਇੱਕੋ ਪਰਮੇਸ਼ਵਰ ਦੀਆਂ ਆ, ਜਿਹਨੂੰ ਅਸੀਂ ਪਰਮ ਪਿਤਾ ਪਰਮੇਸ਼ਵਰ ਕਹਿੰਦੇ ਆ। ਬਾਈਬਲ ਸਾਨੂੰ ਦੱਸਦੀ ਹੈ ਕਿ ਅਸੀਂ ਕਦੀ ਵੀ ਪੱਖਪਾਤ ਨਾ ਕਰੀਏ। ਪ੍ਰਭੂ ਯੀਸ਼ੂ ਮਸੀਹ ਨੂੰ ਵੀ ਸੂਲੀ 'ਤੇ ਕਿਉਂ ਚੜ੍ਹਾਇਆ ਗਿਆ? ਕਿਉਂਕਿ ਪ੍ਰਭੂ ਯੀਸ਼ੂ ਮਸੀਹ ਨੇ ਵੀ ਕੋਈ ਧਰਮ ਦਾ ਪ੍ਰਚਾਰ ਨਹੀਂ ਕੀਤਾ, ਉਹਨਾਂ ਨੇ ਮਨੁੱਖਤਾ ਦਾ ਪ੍ਰਚਾਰ ਕੀਤਾ। ਅਤੇ ਉਹ ਕਹਿੰਦੇ ਵੀ ਆਈ ਐਮ ਸਨ ਆਫ ਗੋਡ। ਸਨ ਆਫ ਗੋਡ ਦਾ ਮਤਲਬ ਇਹ ਹੋ ਗਿਆ ਵੀ ਜਿਹੜੀਆਂ ਸਾਡੀਆਂ ਸੰਸਾਰਿਕ ਸਾਡੇ ਕੋਲ ਕੋਈ ਸ਼ਕਤੀਆਂ ਹੁੰਦੀਆਂ ਨੇ, ਜਿਹੜੀਆਂ ਸਾਡੇ ਨਾਲ ਕੰਮ ਕਰਦੀਆਂ ਨੇ, ਉਹ ਸ਼ਕਤੀਆਂ ਦੇ ਹਿਸਾਬ ਦੇ ਨਾਲ ਹੀਲਿੰਗ ਹੁੰਦੀ ਹੈ। ਉਹ ਹੀਲਿੰਗ ਦੇ ਨਾਲ ਇਨਸਾਨ ਨੂੰ ਸ਼ਿਫਾ ਮਿਲਦਾ ਆ, ਹੌਸਲਾ ਮਿਲਦਾ ਆ, ਸਪੋਰਟ ਮਿਲਦੀ ਹੈ। ਕਿਤੇ ਕਿਤੇ ਬਾਈਬਲ ਦੇ ਵਿੱਚ ਗੱਲ ਕੀਤੀ ਗਈ, ਇੱਕ ਭੁੱਖ ਬਹੁਤ ਵੱਡਾ ਰੋਗ ਹੁੰਦਾ, ਅਤੇ ਜਦੋਂ ਉਹਨਾਂ ਦੇ ਸ਼ਰਧਾਲੂਆਂ ਨੇ ਭੁੱਖੇ ਹੋ ਜਾਣਾ ਤਾਂ ਪਰਮੇਸ਼ਵਰ ਨੇ ਕਿਤੇ ਨਾ ਕਿਤੇ ਉਹਨਾਂ ਲਈ ਲੰਗਰ ਦਾ ਇੰਤਜ਼ਾਮ ਕਰਨਾ, ਅਤੇ ਉਹ ਲੰਗਰ ਵੀ ਇੱਕ ਤਰ੍ਹਾਂ ਦਾ ਇਨਸਾਨ ਨੂੰ ਉਸ ਟਾਈਮ ਹੀਲ ਕਰਦੇ। ਅਤੇ ਅੱਜ ਜੇ ਗੱਲ ਕੀਤੀ ਜਾਵੇ ਇਹਨਾਂ ਦੀ, ਜਿਹੜੇ ਲੋਕ ਆਹ ਕਹਿ ਰਹੇ ਆ ਕਿ ਅੰਮ੍ਰਿਤਸਰ ਬਹੁਤ ਵੱਡਾ ਇਕੱਠ ਹੋ ਗਿਆ। ਪਹਿਲਾਂ ਸਾਡਾ ਸਿਸਟਮ ਕੀ ਸੀ? ਮੀਡੀਆ ਵੀ ਘੱਟ ਸੀ, ਇਕੱਠ ਹੁੰਦੇ ਆਏ ਆ ਭਾਜੀ, ਇਹ ਇਕੱਠ ਅੱਜ ਨਹੀਂ ਹੋਏ। ਮੀਡੀਆ ਦੀ ਅਪਰੋਚ ਘੱਟ ਸੀ, ਅੱਗੇ ਮੀਡੀਆ ਟੱਚ ਨਹੀਂ ਕਰ ਪਾਉਂਦਾ ਸੀ ਇਹਨਾਂ ਨੂੰ। ਕ੍ਰਿਸਮਸ ਅੱਜ ਦਾ ਨਹੀਂ ਮਨਾਇਆ ਜਾ ਰਿਹਾ, ਸਦੀਆਂ ਤੋਂ ਹੀ ਮਨਾਇਆ ਜਾ ਰਿਹਾ ਭਾਰਤ ਦੇ ਵਿੱਚ। ਅਤੇ ਇਸੇ ਤਰ੍ਹਾਂ ਇਹ ਕਨਵੈਨਸ਼ਨਾਂ ਵੀ ਹੋ ਰਹੀਆਂ ਸੀ। ਇਹ ਕੀ ਕਨਵੈਨਸ਼ਨਾਂ ਸੀ? ਵੀ ਜਿੱਥੇ ਸਾਡਾ ਕ੍ਰਿਸਚਨ ਮਹੱਲਾ ਆ, ਵੀ ਜਿੱਥੇ ਇਕੱਲੇ ਕ੍ਰਿਸਚਨ ਰਹਿੰਦੇ ਨੇ, ਉੱਥੇ ਪ੍ਰਚਾਰ ਹੋਣਾ। ਜਿਵੇਂ ਲੁਧਿਆਣੇ ਦੀ ਆਪਾਂ ਗੱਲ ਕਰੀਏ, ਲੁਧਿਆਣੇ ਈਸਾ ਨਗਰੀ ਹੈ, ਜੇ ਤੁਸੀਂ ਹੁਣ ਵੀ ਚਲ ਜਾਓਗੇ, ਥੋੜ੍ਹੇ ਦਿਨਾਂ ਨੂੰ ਸਟਾਰਟ ਹੋ ਜਾਣਾ ਕੰਮ ਅਕਤੂਬਰ ਦੇ ਵਿੱਚ। ਹਰ ਤੀਜੇ ਚੌਥੇ ਦਿਨ ਉੱਥੇ ਵੱਡੀ ਕਨਵੈਨਸ਼ਨ ਹੁੰਦੀ, ਅਤੇ ਹਰ ਕਨਵੈਨਸ਼ਨ ਦੇ ਵਿੱਚ 5 ਤੋਂ 10,000 ਬੰਦਾ ਹੁੰਦਾ। ਅਤੇ ਉਹ 10,000 ਬੰਦਾ ਕਿਸੇ ਨੂੰ ਦਿਖਦਾ ਨਹੀਂ, ਕਿਉਂਕਿ ਉਹਦਾ ਓਪਨਲੀ ਪ੍ਰਚਾਰ ਨਹੀਂ ਹੈ। ਇੱਦਾਂ ਜਲੰਧਰ ਮਿਸ਼ਨ ਕੰਪਾਊਂਡ ਹੋ ਗਿਆ, ਗੁਰਦਾਸਪੁਰ ਹੋ ਗਿਆ, ਅੰਮ੍ਰਿਤਸਰ ਹੋ ਗਿਆ, ਇਹ ਸਾਰੀਆਂ ਉਹ ਜਗ੍ਹਾ ਸੀ ਜਿੱਥੇ ਇੰਟਰਨਲ ਇਕੱਠ ਹੁੰਦਾ ਸੀ। ਪਰ ਅੱਜ ਟਰਾਂਸਪੋਰਟੇਸ਼ਨ ਦੇ ਸਾਧਨ ਵੱਧ ਗਏ ਆ, ਮੀਡੀਆ ਦੇ ਸਾਧਨ ਵੱਧ ਗਏ ਆ, ਅਤੇ ਜਿੱਥੇ ਕੋਈ ਗੱਲ ਆਉਂਦੀ ਹੈ ਇੱਕਦਮ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀ ਹੈ, ਜਿਹਦਾ ਇੱਕ ਬਹੁਤ ਵੱਡਾ ਸਾਧਨ ਵਟਸਐਪ ਅਤੇ ਫੇਸਬੁੱਕ ਹੈ। ਅਤੇ ਜਿੱਥੇ ਪਤਾ ਲੱਗਦਾ ਵੀ ਐਡਾ ਇਕੱਠ ਹੋ ਗਿਆ, ਉਹ ਕ੍ਰਿਸਚਨ ਲੋਕ ਅਤੇ ਬਲੀਵਰ ਲੋਕ ਉਸ ਜਗ੍ਹਾ 'ਤੇ ਇਕੱਠੇ ਹੁੰਦੇ ਨੇ।
ਉਹ ਕਿਸੇ ਨੂੰ ਹਰਟ ਕਰਨ ਦੇ ਲਈ ਨਹੀਂ ਹੁੰਦੇ, ਉਹ ਸ਼ਾਂਤੀ ਦਾ ਤੇ ਪਿਆਰ ਦਾ ਪ੍ਰਚਾਰ ਕਰਨ ਲਈ ਹੁੰਦੇ ਨੇ। ਹੁਣ ਮੈਂ ਢੰਡਰੀਆਂ ਵਾਲਾ ਸਾਹਿਬ ਨੂੰ ਸੁਣਿਆ ਸੀਗਾ ਵੀ ਬਹੁਤ ਵੱਡਾ ਇਕੱਠ ਕਰਤਾ ਜੀ, ਸਾਡੀ SGPC ਐ ਨਹੀਂ ਕਰਦੀ, ਉਹ ਨਹੀਂ ਕਰਦੀ। ਗੱਲ ਕੀ ਹੈ ਵੀ ਇਨਸਾਨ ਇੱਕ ਸਕੂਨ ਚਾਹੁੰਦਾ ਆ। ਸਕੂਨ ਜਦੋਂ ਭਜਨ ਚੱਲਦੇ ਨੇ ਉਦੋਂ ਮਿਊਜ਼ਿਕ ਵੀ ਚੱਲਦਾ ਆ, ਮਿਊਜ਼ਿਕ ਦੇ ਨਾਲ ਰਿਲੀਫ ਮਿਲਦਾ ਆ। ਜਦੋਂ ਵਚਨ ਸੁਣਾਇਆ ਜਾਂਦਾ, ਸ਼ਬਦ ਵੰਡੇ ਜਾਂਦੇ ਤੇ ਸ਼ਬਦਾਂ ਦੇ ਨਾਲ ਸਕੂਨ ਮਿਲਦਾ। ਕਿਹੜੇ ਸ਼ਬਦ ਨੇ ਤੁਹਾਨੂੰ ਹੀਲ ਕਰ ਦੇਣਾ ਇਹ ਅਸੀਂ ਨਹੀਂ ਸਮਝ ਸਕਦੇ। ਤੇ ਉੱਥੇ ਜੇ ਗੱਲ ਕਰੀਏ ਵੀ ਕੋਈ ਕ੍ਰਿਸਚਨ ਬਣਾਉਂਦਾ, ਕ੍ਰਿਸਚਨ ਨਹੀਂ ਬਣਿਆ। ਇਹ ਵਹਿਮ ਆ, ਇਹ ਲੋਕਾਂ ਦਾ ਵਹਿਮ ਆ ਵੀ ਕ੍ਰਿਸਚਨ ਮਨ ਪਰਿਵਰਤਨ ਹੋ ਸਕਦਾ, ਪਰ ਧਰਮ ਪਰਿਵਰਤਨ ਅੱਜ ਤਾਈਂ ਨਾ ਹੋਇਆ ਤੇ ਨਾ ਹੋਣਾ। ਪਰ ਜੇ ਕਿਸੇ ਨੂੰ ਲੱਗਦਾ ਤੇ ਇਹਦੇ ਵਿੱਚ ਸਰਕਾਰ ਨੂੰ ਇੰਟਰਵੀਨ ਕਰਨਾ ਚਾਹੀਦਾ। ਆਪਣੀਆਂ ਸਰਕਾਰੀ ਬਹੁਤ ਸਾਰੀਆਂ ਏਜੰਸੀਆਂ ਆ ਜਿਹੜਾ ਇਸ ਗੱਲ ਵੱਲ ਧਿਆਨ ਦੇਣ, ਕਿਉਂਕਿ ਸਾਡਾ ਤਾਂ ਇਹ ਮੰਨਣਾ ਆ ਵੀ ਕ੍ਰਿਸਚਨ ਕਮਿਊਨਿਟੀ ਦਿਨ ਪ ਦਿਨ ਘਟ ਰਹੀ ਹੈ। ਤੇ ਕਿਉਂਕਿ ਜੇ ਅਸੀਂ ਬਾਈਬਲ ਦਾ ਵਚਨ ਵੀ ਦੇਖੀਏ, ਜਦੋਂ ਬਾਈਬਲ ਪ੍ਰਭੂ ਯਿਸੂ ਮਸੀਹ ਦਾ ਧਰਤੀ ਦੇ ਉੱਤੇ ਜਨਮ ਹੋਇਆ, ਉਦੋਂ ਉਹਨਾਂ ਦਾ ਬੈਪਟਿਜ਼ਮ ਜੌਨ ਬੈਪਟਿਸਟ ਨੇ ਕੀਤਾ, ਜਿਨ੍ਹਾਂ ਨੂੰ ਅਸੀਂ ਪੰਜਾਬੀ ਦੇ ਵਿੱਚ ਯੂਹੰਨਾ ਕਹਿੰਦੇ ਹਾਂ। ਤੇ ਯੂਹੰਨਾ ਦੇ ਵੀ ਚੇਲੇ ਸੀ ਤੇ ਪ੍ਰਭੂ ਯਿਸੂ ਮਸੀਹ ਦੇ ਵੀ ਫਾਲੋਅਰ ਸੀ। ਉਹ ਇੱਕ ਸਮਾਂ ਸੀ ਜਦੋਂ ਪ੍ਰਭੂ ਯਿਸੂ ਮਸੀਹ ਦੇ ਫਾਲੋਅਰ ਭੱਜ ਕੇ ਆਪਣੇ ਗੁਰੂ ਕੋ ਆਏ ਤੇ ਉਹਨਾਂ ਨੇ ਆ ਕੇ ਕਿਹਾ, ਗੁਰੂ ਜੀ ਵੀ ਉੱਥੇ ਤਾਂ ਯੂਹੰਨਾ ਦੇ ਚੇਲੇ ਤੁਹਾਡਾ ਨਾਂ ਲੈ ਲੈ ਕੇ ਭੂਤ ਕੱਢੀ ਜਾਂਦੇ ਆ। ਤੇ ਉਹਨਾਂ ਨੇ ਇੱਕ ਗੱਲ ਕਹੀ ਵੀ ਜਿਹੜਾ ਸਾਡੇ ਵਿਰੋਧ 'ਚ ਨਹੀਂ ਉਹ ਆਪਣਾ ਹੀ ਆ, ਜੋ ਕਰਦੇ ਆ ਉਹਨਾਂ ਨੂੰ ਕਰਨ ਦਿਓ, ਤੁਸੀਂ ਆਪਣਾ ਕੰਮ ਕਰੋ। ਸੋ ਜੇ ਕ੍ਰਿਸਚੈਨਿਟੀ ਦੀ ਗੱਲ ਕਰੀਏ, ਜਿਹੜੇ ਕ੍ਰਿਸਚਨ ਚੱਲਦੇ ਆ ਰਹੇ ਨੇ ਉਹ ਕ੍ਰਿਸਚਨ ਨੇ, ਉਹ ਕ੍ਰਿਸਚਨ ਹੀ ਰਹਿਣੇ ਨੇ। ਤੇ ਜਦੋਂ ਸਾਡੇ ਧਰਮ ਦੀ ਗੱਲ ਆ ਜਾਂਦੀ ਹੈ ਜਾਂ ਜੀਸਸ ਦੀ ਗੱਲ ਆ ਜਾਂਦੀ, ਬਾਈਬਲ ਦੀ ਗੱਲ ਆ ਜਾਂਦੀ ਹੈ, ਉਸ ਵੇਲੇ ਸਾਡੇ ਕ੍ਰਿਸਚਨਾਂ ਨੂੰ ਅੱਗੇ ਆਉਣਾ ਪੈਂਦਾ ਆ ਡਿਫੈਂਡ ਕਰਨ ਦੇ ਲਈ ਵੀ ਇਹ ਇੱਦਾਂ ਨਹੀਂ ਹੈ, ਇਹ ਗਲਤ ਕਰ ਰਹੇ ਹੋ। ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਆਪਣੇ ਦੂਜੇ ਧਰਮਾਂ ਦੇ ਪੈਰੋਕਾਰਾਂ ਨੂੰ, ਜਿਹੜੇ ਬਹੁਤ ਵੱਡੇ ਉਹਦੇ 'ਤੇ ਬੈਠੇ ਨੇ ਗੱਦੀਆਂ 'ਤੇ ਜਾਂ ਸਿੰਘਾਸਨ 'ਤੇ। ਉਹ ਕਮਿਊਨਿਟੀ ਨੂੰ ਟਾਰਗੇਟ ਨਾ ਕਰਨ, ਕਿਉਂਕਿ ਕਮਿਊਨਿਟੀ ਮਿਹਨਤੀ ਬੰਦਿਆਂ ਦੀ ਤੇ ਸ਼ਾਂਤੀ ਵਾਲੇ ਤੇ ਪਿਆਰ ਕਰਨ ਵਾਲੇ ਬੰਦਿਆਂ ਦੀ ਆਦਰ ਕਰਦੀ ਹੈ, ਉਹਨਾਂ ਦਾ ਵੈਲਕਮ ਕਰਦੀ ਹੈ। ਜੇ ਕਮਿਊਨਿਟੀ ਨਫ਼ਰਤ ਕਰਦੀ ਹੋਵੇ, ਅੱਜ ਯੂਰਪ ਦੇ ਵਿੱਚ ਜਾਂ ਆਪਾਂ ਅਬਰੋਡ ਦੇ ਵਿੱਚ ਅਮਰੀਕਾ ਦੀ ਗੱਲ ਕਰੀਏ, ਕੈਨੇਡਾ ਦੀ ਗੱਲ ਕਰੀਏ, UK ਦੀ ਗੱਲ ਕਰੀਏ, ਅੱਜ ਹਰ ਥਾਂ ਦੇ ਉੱਤੇ ਗੁਰੂ ਘਰ ਵੀ ਨੇ ਤੇ ਮੰਦਿਰ ਵੀ ਨੇ। ਜੇ ਇੱਦਾਂ ਦੀ ਗੱਲ ਕਰੀਏ ਤੇ ਉਹ ਕਹਿਣ ਵੀ ਸਾਡੀਆਂ ਤਾਂ ਕੰਟਰੀਆਂ ਕ੍ਰਿਸਚਨ ਆ, ਅਸੀਂ ਨਹੀਂ ਇਹ ਕਰਨ ਦੇਣਾ, ਅਸੀਂ ਸਮਾਗਮ ਨਹੀਂ ਹੋਣ ਦੇਣੇ, ਅਸੀਂ ਨਗਰ ਕੀਰਤਨ ਨਹੀਂ ਕੱਢਣ ਦੇਣੇ। ਪਰ ਉਹਨਾਂ ਦੀ ਮਨਸ਼ਾ ਇਹ ਨਹੀਂ, ਉਹ ਤਾਂ ਕਹਿੰਦੇ ਵੀ ਸਾਰੇ ਇਕੱਠੇ ਰਹੋ, ਚਾਹੇ ਹਿੰਦੂ ਆ, ਚਾਹੇ ਮੁਸਲਮਾਨ ਆ, ਸਿੱਖ ਆ, ਈਸਾਈ ਆ। ਉਹ ਕਦੀ ਵੀ ਇਹ ਨਹੀਂ ਕਹਿੰਦੇ ਵੀ ਆਪਣਾ ਧਰਮ ਛੱਡ ਕੇ ਤੁਸੀਂ ਸਾਡੇ ਧਰਮ ਦੇ ਵਿੱਚ ਆ ਜਾਓ। ਮੈਂ ਇੱਕੋ ਹੀ ਮੈਸੇਜ ਦੇਣਾ ਚਾਹੁੰਦਾ ਵੀ ਇਸ ਗੱਲ ਦੇ ਲਈ ਉਹ ਬਲੀਵਰ ਨਿਕਲ ਕੇ ਆਉਣ, ਜਿਹੜੇ ਦੱਸਣ ਕੀ ਉਹਨਾਂ ਦਾ ਧਰਮ ਬਦਲਿਆ ਗਿਆ, ਕੀ ਉਹਨਾਂ ਨੇ ਆਪਣਾ ਸਰਟੀਫਿਕੇਟ ਬਦਲ ਲਏ, ਕੀ ਉਹਨਾਂ ਨੇ ਜਨਗਣਨਾ 'ਚ ਲਿਖਾ ਦਿੱਤਾ ਵੀ ਅਸੀਂ ਮਸੀਹ ਲੋਕ ਹਾਂ। ਪਰ ਗੱਲ ਜਦ ਦੇਖੀ ਜਾਏ, ਵੀ ਮੈਂ ਆਪਣੇ ਢੰਡਰੀਆਂ ਵਾਲਾ ਸਾਹਿਬ ਜੀ ਨੂੰ ਮੈਸੇਜ ਦੇਣਾ ਚਾਹੁੰਦਾ ਆ ਕਿ ਉਹ ਇੱਕ ਗੱਲ ਗੌਰ ਕਰਨ। ਅਸੀਂ ਉਹ ਬੱਚੇ ਨੂੰ ਟਾਰਗੇਟ ਕਰ ਦਿੰਦੇ ਹਾਂ ਜਿਹੜਾ ਬੱਚਾ ਕਦੀ ਬੋਲਦਾ ਹੀ ਨਹੀਂ। ਉਹਨਾਂ ਦੀ ਪਿੱਛੇ ਮੈਂ ਦੇਖੀ ਵੀਡੀਓ ਬਹੁਤ ਵਾਇਰਲ ਹੋ ਰਹੀ ਸੀ, ਕਹਿ ਰਹੇ ਸੀ ਕਿ ਸਾਡਾ SC ਭਾਈਚਾਰਾ ਆ ਜਿਹੜਾ ਕਿ ਜੀਸਸ ਨੂੰ ਫੋਲੋ ਕਰਦਾ, ਈਸਾ ਨੂੰ ਫੋਲੋ ਕਰਦਾ, ਆਉਣ ਵਾਲੇ ਦਿਨ ਦੇ ਵਿੱਚ ਈਸਾਈਸਤਾਨ ਬਣ ਜਾਣਾ। ਉਹ ਤੁਹਾਡੀ ਐਡੀ ਚੰਗੀ ਸੋਚ ਆ, ਤੁਸੀਂ ਬਾਹਰ ਜਾ ਕੇ ਗੋਰਿਆਂ ਦੀ ਉਦਾਹਰਨ ਦਿੰਦੇ ਹੋ ਵੀ ਗੋਰਿਆਂ ਦੇ ਵਿੱਚ ਸੱਚਾਈ, ਅਛਾਈ ਅਤੇ ਨਿਮਰਤਾ ਇੰਨੀ ਹੈ ਕਿ ਉਹ ਕਿਸੇ 'ਤੇ ਸ਼ੱਕ ਨਹੀਂ ਕਰਦੇ। ਉਹਨਾਂ ਨੇ ਸਟਾਲ ਆਪਣੇ ਲਾਏ ਹੋਏ, ਚਾਹੇ ਉੱਥੇ ਪੈਸੇ ਦੇ ਦਿਓ ਚਾਹੇ ਨਾ ਦਿਓ, ਆਪਣਾ ਸਮਾਨ ਚੱਕੋ, ਇੰਨੀ ਇਮਾਨਦਾਰੀ ਹੈ। ਇੱਥੇ ਆ ਕੇ ਉਹੀ ਧਰਮ ਨੂੰ ਫੋਲੋ ਕਰਨ ਵਾਲੇ ਕਹਿੰਦੇ ਤੁਸੀਂ ਅਗੇਂਸਟ ਹੋ, ਅਤੇ ਉੱਥੇ ਜਾ ਕੇ ਉੱਥੇ ਉਹਨਾਂ ਦੇ ਹੱਕ ਦੇ ਵਿੱਚੋਂ। ਪਰ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ, ਜਿਹੜੀ ਇਹਨਾਂ ਨੇ ਗੱਲ ਕੀਤੀ ਕਿ ਪ੍ਰਭੂ ਯਿਸੂ ਮਸੀਹ ਨੂੰ SC ਕਮਿਊਨਿਟੀ ਫੋਲੋ ਕਰਦੀ ਹੈ, ਬਿਲਕੁਲ ਝੂਠ ਤੇ ਬਿਲਕੁਲ ਬੇਮਨਿਆਦੀ ਇਹ ਬਿਆਨ ਹੈ ਇਹਨਾਂ ਦਾ। ਅੱਜ ਜੇ ਅਸੀਂ ਗੱਲ ਕਰੀਏ, ਸਾਡੇ ਬ੍ਰਦਰ ਨੇ ਪਾਸਟਰ ਹਰਪ੍ਰੀਤ ਦਿਓਲ ਜੀ, ਜਿਹੜੇ ਖੋਜੇਵਾਲ ਕਪੂਰਥਲੇ ਤੋਂ ਨੇ, ਉਹ ਜੱਟ ਫੈਮਿਲੀ ਤੋਂ ਆਏ ਨੇ ਤੇ ਉਹਨਾਂ ਦੇ ਵੱਧ ਤੋਂ ਵੱਧ ਜੱਟ ਫਾਲੋਅਰ ਨੇ। ਫਿਰ ਅਸੀਂ ਜੇ ਗੱਲ ਕਰੀਏ ਖਾਂਬੜਾਂ ਤੋਂ ਪਾਸਟਰ ਅੰਕੁਰ ਨਰੂਲਾ ਜੀ, ਅਪੋਸਲ ਅੰਕੁਰ ਨਰੂਲਾ ਜੀ, ਜਿਹੜੇ ਖੱਤਰੀ ਹਿੰਦੂ ਫੈਮਿਲੀ ਤੋਂ ਆਏ ਨੇ ਤੇ ਉਹਨਾਂ ਤੋਂ ਵੱਧ ਜਨਰਲ ਕੈਟਾਗਰੀ ਦੇ ਹਿੰਦੂ ਫਾਲੋਅਰ ਨੇ, ਜਿਨ੍ਹਾਂ ਦੇ ਵਿੱਚ ਬ੍ਰਾਹਮਣ ਵੀ ਆਉਂਦੇ ਨੇ ਤੇ ਖੱਤਰੀ ਵੀ ਆਉਂਦੇ ਨੇ ਤੇ ਹੋਰ ਕਮਿਊਨਿਟੀਆਂ ਵੀ ਆਉਂਦੀਆਂ ਨੇ। ਉੱਦਾਂ ਹੀ ਆਪਣੇ ਬਰਜਿੰਦਰ ਸਿੰਘ ਆ ਗਏ ਜਿਹੜੇ ਜਾਟ ਫੈਮਿਲੀ ਤੇ ਨੇ, ਜਤਿੰਦਰ ਰੰਧਾਵਾ, ਬਹੁਤ ਸਾਰੇ ਇੱਦਾਂ ਦੇ ਪ੍ਰਭੂ ਯਿਸੂ ਮਸੀਹ ਦੇ ਬਲੀਵਰ ਨੇ ਜਿਹੜੇ ਯਿਸੂ ਮਸੀਹ ਦਾ ਪ੍ਰਚਾਰ ਕਰ ਰਹੇ ਨੇ ਤੇ ਉਹਨਾਂ ਦੇ ਫਾਲੋਅਰ ਜਨਰਲ ਕੈਟਾਗਰੀ ਦੇ ਵਿੱਚੋਂ। ਮੈਂ ਆਪਣੇ ਸਾਰੇ ਪੈਰੋਕਾਰਾਂ ਨੂੰ, ਪਿੱਛੇ ਮੈਂ ਬੀਬੀ ਜਗੀਰ ਕੌਰ ਜੀ ਦਾ ਵੀ ਬਿਆਨ ਸੁਣਿਆ ਸੀ, ਉਹਨੇ ਵੀ ਬਹੁਤ
ਮਜ਼ਾਕੀਆ ਢੰਗ ਨਾਲ ਕਿਹਾ ਸੀ ਸਾਡੇ ਵਿਚਾਰੇ ਐਸਸੀ ਭਾਈਚਾਰੇ ਦੇ। ਇਹ ਐਸਸੀ ਭਾਈਚਾਰੇ ਦੀ ਗੱਲ ਨਹੀਂ ਆ, ਜਿਹਨੂੰ ਜਿੱਥੇ ਸ਼ਿਫਾ ਤੇ ਸ਼ਾਂਤੀ ਮਿਲਦੀ ਆ ਉਹ ਉਹਨੂੰ ਫੋਲੋ ਕਰਦਾ, ਕਿਉਂਕਿ ਧਰਮ ਸਾਡਾ ਜਨਮ ਸਿੱਧ ਅਧਿਕਾਰ ਆ। ਕੌਂਸਟੀਟਿਊਸ਼ਨ ਨੇ ਵੀ ਕਿਹਾ ਸਾਨੂੰ ਕਿ ਜਿੱਥੇ ਤੁਹਾਡਾ ਦਿਲ ਕਰਦਾ ਜਾਓ, ਪਰ ਤੁਸੀਂ ਇੱਕ ਮੈਂ ਇਹਨਾਂ ਪੈਰੋਕਾਰਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਲੋਕ ਇਹਨਾਂ ਨੂੰ ਮੰਨਦੇ ਨੇ, ਇਹਨਾਂ ਨੂੰ ਫੋਲੋ ਕਰਦੇ ਨੇ। ਇਹ ਸਹੀ ਮੈਸੇਜ ਤੇ ਸਹੀ ਵਿਜ਼ਨ ਦੇ ਕੇ ਚੱਲਣ, ਜਿਹੜਾ ਕਿ ਸਹੀ ਏਮ ਤੇ ਪਹੁੰਚੇ। ਪੰਜਾਬ ਨੂੰ ਉੱਨਤੀ ਤਰੱਕੀ ਦੇ ਰਾਹ ਤੇ ਲੈ ਕੇ ਚੱਲੀਏ। ਅਸੀਂ ਪੰਜਾਬ ਨੂੰ ਫਿਰਕਾ ਪ੍ਰਸਤੀ ਅਤੇ ਨਫ਼ਰਤ ਦੇ ਇਸ ਝੰਜਾਲ ਦੇ ਵਿੱਚੋਂ ਬਾਹਰ ਕੱਢੀਏ ਤੇ ਆਪਣੀਆਂ ਰਾਜਨੀਤੀਆਂ ਕਰਨੀਆਂ ਬੰਦ ਕਰੀਏ। ਕੋਈ ਵੀ ਕਿਸੇ ਨੂੰ ਮੁਫਤਖੋਰੀ ਜਾਂ ਪੈਸੇ ਦੇ ਨਾਲ ਬਦਲਦਾ ਨਹੀਂ ਹੈ। ਇਨਸਾਨ ਪਿਆਰ ਦਾ ਭੁੱਖਾ ਹੈ, ਜਿਹਨੂੰ ਪਿਆਰ ਮਿਲਦਾ ਹੈ ਅਗਲਾ ਪਿਆਰ ਦੇ ਮਗਰ ਜਾਂਦਾ ਹੈ। ਤੁਸੀਂ ਜੇ ਇਹਨਾਂ ਨੂੰ ਆਪਣੇ ਲੋਕ ਕਹਿੰਦੇ ਹੋ ਤੇ ਉਹਨਾਂ ਨਾਲ ਪਿਆਰ ਕਰੋ ਤਾਂ ਕਿ ਉਹ ਤੁਹਾਨੂੰ ਛੱਡ ਕੇ ਦੂਰ ਨਾ ਜਾਣ। ਕਿਤੇ ਨਾ ਕਿਤੇ ਆਪਣੇ ਪਿਆਰ ਦੇ ਵਿੱਚ ਕਮੀ ਹੈ ਜੇ ਅੱਜ ਸਾਡੇ ਸਮਾਗਮ ਵੱਧ ਰਹੇ ਨੇ। ਕਿਉਂਕਿ ਮੈਂ ਵਚਨ ਦੀ ਪਹਿਲਾਂ ਗੱਲ ਕੀਤੀ ਕਿ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਜਿਹੜੇ ਸਾਡੇ ਵਿਰੋਧ 'ਚ ਨਹੀਂ ਉਹ ਸਾਡੇ ਆਪਣੇ ਨੇ। ਇਹ ਜਿੰਨੇ ਪਾਸਟਰ ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਕਰ ਰਹੇ ਨੇ, ਜਿੰਨੇ ਧਰਮ ਦਾ ਪ੍ਰਸਾਰ ਕਰ ਰਹੇ ਨੇ, ਇਹ ਸਾਡੇ ਉਲਟ ਨਹੀਂ, ਸਾਡੇ ਆਪਣੇ ਨੇ। ਪਰ ਜਲਦੀ ਜਿਹੜਾ ਕੋਈ ਆਊਟ ਹੋ ਕੇ ਪ੍ਰਚਾਰ ਕਰੇਗਾ ਜਾਂ ਕੋਈ ਨਫ਼ਰਤ ਫੈਲਾਏਗਾ, ਕ੍ਰਿਸਚਨ ਭਾਈਚਾਰਾ ਉਹ ਐਸੋਸੀਏਸ਼ਨ ਦੇ ਉਲਟ ਹੋਏਗਾ। ਜਲਦੀ ਇਹਨੂੰ ਕੰਮ ਨੂੰ ਲਾਮਬੰਦ ਕੀਤਾ ਜਾਏਗਾ ਸਾਰੇ ਪੰਜਾਬ ਦੇ ਵਿੱਚ, ਤਾਂ ਕਿ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਅਤੇ ਵੈਰ ਵਿਰੋਧ ਪੰਜਾਬ ਦੇ ਵਿੱਚ ਫੈਲਾਇਆ ਨਾ ਜਾ ਸਕੇ। ਸੋ ਇਹ ਸਨ ਐਲਬਰਟ ਦੂਆ, ਜੋ ਕਿ ਆਪਣੇ ਵਿਚਾਰ ਰੱਖ ਰਹੇ ਸਨ ਔਰ ਮੌਜੂਦਾ ਹਾਲਾਤ ਦੇ ਉੱਤੇ ਲੋਕਾਂ ਨੂੰ ਜਿੱਥੇ ਉਹ ਅਵੇਅਰ ਕਰਦੇ ਨਜ਼ਰ ਆਏ, ਉੱਥੇ ਉਹਨਾਂ ਨੇ ਕਾਫੀ ਇਹੋ ਜਿਹੇ ਜਿਹੜੇ ਅੰਦਰਲੀਆਂ ਗੱਲਾਂ ਨੇ ਉਹ ਵੀ ਖੋਲ੍ਹ ਕੇ ਦੱਸੀਆਂ। ਹਾਲਾਂਕਿ ਅਗਰ ਕ੍ਰਿਸਚੈਨਿਟੀ ਦੀ ਗੱਲ ਕਰੀਏ ਤਾਂ ਗੋਰਿਆਂ ਨੇ ਪੂਰੀ ਦੁਨੀਆ 'ਤੇ ਰਾਜ ਕੀਤਾ ਹੈ। ਅਗਰ ਉਸ ਦੌਰ ਦੀ ਗੱਲ ਕੀਤੀ ਜਾਵੇ, ਅਗਰ ਉਹਨਾਂ ਦੇ ਮਨ ਦੇ ਵਿੱਚ ਇੱਦਾਂ ਦੇ ਖਿਆਲਾਤ ਹੁੰਦੇ ਕਿ ਧਰਮ ਪਰਿਵਰਤਨ ਕਰਵਾਉਣਾ, ਤਾਂ ਅੱਜ ਪੂਰੀ ਦੁਨੀਆ ਦੇ ਵਿੱਚ ਕ੍ਰਿਸਚਨ ਧਰਮ ਤੋਂ ਇਲਾਵਾ ਹੋਰ ਕੋਈ ਧਰਮ ਨਾ ਹੁੰਦਾ। ਹਾਲਾਂਕਿ ਇਹ ਪਿਛਲੇ ਹਿਸਟੋਰੀਕਲ ਗੱਲ ਹੈ, ਇੱਕ ਹਿਸਟਰੀ ਦਾ ਚੈਪਟਰ ਹੈ ਇਹ। ਮੌਜੂਦਾ ਟਾਈਮ ਦੇ ਵਿੱਚ ਜੋ ਹਾਲਾਤ ਪਨਪ ਰਹੇ ਨੇ ਜਾਂ ਜੋ ਵੀ ਸਿਚੁਏਸ਼ਨ ਸਾਹਮਣੇ ਆ ਰਹੀ ਹੈ, ਉਹਨਾਂ ਨੂੰ ਵੇਖਦੇ ਹੋਏ ਅਸੀਂ ਤਾਂ ਇਹ ਕਹਾਂਗੇ ਕਿ ਹਾਲਾਂਕਿ ਧਰਮ ਔਰ ਰਾਜਨੀਤੀ ਦਾ ਕੋਈ ਮੇਲ ਨਹੀਂ ਹੋਣਾ ਚਾਹੀਦਾ, ਲੇਕਿਨ ਇੱਥੇ ਨਜ਼ਰ ਆ ਰਿਹਾ ਕਿਸ ਦਿਸ਼ਾ ਵੱਲ ਪੰਜਾਬ ਦੀ ਰਾਜਨੀਤੀ ਜਾਏਗੀ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਚੱਲੇਗਾ। ਹਾਲਾਂਕਿ ਪੰਜਾਬ ਦੇ ਵਿੱਚ ਬਦਲਾਵ ਦੀ ਰਾਜਨੀਤੀ ਦਾ ਦੌਰ ਚੱਲ ਰਿਹਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਤਸਵੀਰ ਹੋਏਗੀ ਇਸ ਬਦਲਾਵ ਦੀ, ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਚੱਲੇਗਾ। ਫਿਲਹਾਲ ਮੈਨੂੰ ਦਿਓ ਇਜਾਜ਼ਤ। ਕੈਮਰਾਮੈਨ ਆਕਾਸ਼ ਦੇ ਨਾਲ ਅਰੁਣ ਕੌਸ਼ਲ ਦੀ ਖਾਸ ਰਿਪੋਰਟ।